The show is sponsored by Ashoka Tandoori Range. Enjoy the Indian taste. ਨਿਊਜ਼ ਓਨਲੀ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਤਵਿੰਦਰ ਰੰਧਾਵਾ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। ਐਸਜੀਪੀਸੀ ਵੱਲੋਂ ਦਿੱਤੇ ਗਏ ਦੁੱਧ ਦੇ ਠੇਕੇ ਤੇ ਗਰਮਾਈ ਸਿਆਸਤ। ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਵੇਰਕਾ ਕੰਪਨੀ ਦੇ ਰਹੀ ਸੀ ਮਹਿੰਗਾ ਸਮਾਨ। ਪੰਜਾਬ 'ਚ ਧੜੱਲੇ ਨਾਲ ਚੱਲ ਰਿਹਾ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਕੰਮ। ਗੁਰੂ ਹਰਸਹਾਏ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਲਗਾਈ ਕਾਰਵਾਈ ਦੀ ਗੁਹਾਰ। ਅੰਮ੍ਰਿਤਸਰ 'ਚ ਹਮਲਾਵਰਾਂ ਨੇ ਘਰ ਅੰਦਰ ਵੜ ਕੇ ਪਰਿਵਾਰ ਤੇ ਕੀਤਾ ਹਮਲਾ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਨਾ ਕਰਨ ਦੇ ਲਾਏ ਗੰਭੀਰ ਦੋਸ਼। ਦੁਬਈ ਗਏ ਮ੍ਰਿਤਕ ਮਨਦੀਪ ਸਿੰਘ ਦੀ ਲਾਸ਼ ਵਾਪਸ ਲਿਆਂਦੀ ਗਈ। ਸਰਬੱਤਾ ਭਲਾ ਟਰੱਸਟ ਦੇ ਬਾਨੀ ਨੇ ਮ੍ਰਿਤਕ ਦੀ ਲਾਸ਼ ਮੰਗਵਾਈ ਵਾਪਸ। ਤੇ ਹੁਣ ਖਬਰਾਂ ਵਿਸਥਾਰ ਨਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੰਗਰ ਲਈ ਵਰਤੇ ਜਾਂਦੇ ਵੇਰਕਾ ਕੰਪਨੀ ਦੇ ਦੁੱਧ ਦਾ ਮਾਮਲਾ ਭਖਦਾ ਜਾ ਰਿਹਾ ਹੈ, ਜਿਸ ਲਈ ਸਿਆਸੀ ਲੀਡਰ ਖੂਬ ਬਿਆਨਬਾਜ਼ੀ ਕਰ ਰਹੇ ਨੇ। ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਅੰਮ੍ਰਿਤਸਰ 'ਚ ਬਣੇ ਸ਼੍ਰੀ ਹਰਮੰਦਰ ਸਾਹਿਬ ਵਿੱਚ ਦੂਰ-ਦੂਰ ਤੋਂ ਸੰਗਤਾਂ ਦਰਸ਼ਨ ਕਰਨ ਲਈ ਆਉਂਦੀਆਂ ਹਨ। ਉੱਥੇ ਹੀ ਵਿਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪਵਿੱਤਰ ਸਥਾਨ ਤੇ ਨਤਮਸਤਕ ਹੋਣ ਆਉਂਦੀਆਂ ਹਨ। ਸੰਗਤਾਂ ਦੀਆਂ ਬਹੁਤ ਸਾਰੀਆਂ ਭਾਵਨਾਵਾਂ ਇਸ ਪਵਿੱਤਰ ਸਥਾਨ ਨਾਲ ਜੁੜੀਆਂ ਹਨ। ਉੱਥੇ ਹੀ ਇਸ ਪਵਿੱਤਰ ਦਰਬਾਰ ਦੀ ਦੇਖਰੇਖ ਲਈ ਤੇ ਸਿੱਖ ਧਰਮ ਦੇ ਪ੍ਰਚਾਰ ਲਈ ਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਕੋਸ਼ਿਸ਼ ਕਰਦੀ ਹੈ। ਜਿੱਥੇ ਇਸ ਦਰਬਾਰ ਸਾਹਿਬ ਵਿਖੇ ਦੂਰ ਤੋਂ ਦੂਰ ਸੰਗਤਾਂ ਦਰਸ਼ਨ ਦੀਦਾਰੇ ਕਰਨ ਆਉਂਦੀਆਂ ਹਨ, ਜਿਸ ਲਈ ਉਹਨਾਂ ਦੇ ਰਹਿਣ ਲਈ ਲੰਗਰ ਦਾ ਪ੍ਰਬੰਧ ਐਸਜੀਪੀਸੀ ਵੱਲੋਂ ਹੀ ਕੀਤਾ ਜਾਂਦਾ ਹੈ। ਪਰ ਹੁਣ ਐਸਜੀਪੀਸੀ ਤੇ ਸਿਆਸੀ ਲੀਡਰਾਂ ਵੱਲੋਂ ਕਈ ਸਵਾਲ ਚੁੱਕੇ ਜਾ ਰਹੇ ਹਨ। ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਐਸਜੀਪੀਸੀ ਤੇ ਸਵਾਲ ਖੜੇ ਕੀਤੇ ਸਨ, ਜਿਸ ਵਿੱਚ ਮੰਤਰੀ ਰੰਧਾਵਾ ਨੇ ਕਿਹਾ ਸੀ ਕਿ ਲੰਗਰ ਵਿੱਚ ਵਰਤਿਆ ਜਾਣ ਵਾਲਾ ਦੁੱਧ ਦਾ ਠੇਕਾ ਵੇਰਕਾ ਕੰਪਨੀ ਤੋਂ ਵਾਪਸ ਲੈ ਕੇ ਮਹਾਰਾਸ਼ਟਰ ਦੀ ਇੱਕ ਪ੍ਰਾਈਵੇਟ ਕੰਪਨੀ ਨੂੰ ਦੇ ਕੇ ਪੰਜਾਬ ਦੇ ਕਿਸਾਨਾਂ ਨਾਲ ਧੋਖਾ ਕੀਤਾ ਗਿਆ, ਜਿਸ ਤੋਂ ਬਾਅਦ ਸਿਆਸੀ ਖੇਤਰ ਵਿੱਚ ਕਾਫੀ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ। ਉਧਰ ਇਸ ਨੂੰ ਲੈ ਕੇ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਐਸਜੀਪੀਸੀ ਲਾਕਡਾਊਨ ਦੌਰਾਨ ਵੀ ਵੇਰਕਾ ਤੋਂ ਦੁੱਧ ਖਰੀਦ ਰਹੇ ਸੀ, ਪਰ ਉਹਨਾਂ ਨੇ ਸਾਨੂੰ ਦੁੱਧ ਮਹਿੰਗਾ ਹੀ ਦਿੱਤਾ। ਉਹਨਾਂ ਨੇ ਕਿਹਾ ਕਿ ਮੰਤਰੀ ਰੰਧਾਵਾ ਵੱਲੋਂ ਟਿੱਪਣੀ ਕਰਨਾ ਚੰਗੀ ਗੱਲ ਨਹੀਂ ਹੈ। ਦੇਖੋ, ਮੈਂ ਸਮਝਦਾ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਮੰਤਰੀ ਜੀ ਨੇ ਸੁਖਜਿੰਦਰ ਸਿੰਘ ਰੰਧਾਵਾ ਜੀ ਔਰ ਉਹਨਾਂ ਨੇ ਜਿਸ ਤਰ੍ਹਾਂ ਦੀ ਗੱਲ ਕੀਤੀ ਗਈ ਹੈ, ਔਰ ਬਹੁਤ ਦੁੱਖ ਦੀ ਗੱਲ ਹੈ ਕਿ ਪਿਛਲੇ ਮੈਂ ਜਦੋਂ ਦਾ ਪ੍ਰਧਾਨ ਬਣਿਆ 2 ਸਾਲਾਂ ਤੋਂ ਲਗਾਤਾਰ ਜਿਹੜੀ ਵੇਰਕਾ ਨੂੰ ਅਸੀਂ ਘਿਓ ਦੀ ਤੇ ਸੁੱਕਾ ਦੁੱਧ ਤੇ ਹੋਰ ਸਾਰਾ ਆਪਣਾ ਦੁੱਧ ਵਗੈਰਾ ਜਿਹੜਾ ਹੈ ਉਹ ਵੀ ਅਸੀਂ ਟੈਂਡਰ ਦਿੱਤਾ ਸੀ, ਕਿਉਂਕਿ ਸਾਡੀ ਇੱਕ ਪੂਰਾ ਪ੍ਰਕਿਰਿਆ ਹੈ ਟੈਂਡਰ ਦੀ। ਇੱਕ ਟੈਂਡਰ ਦਾ ਸਾਡੀ ਕਮੇਟੀ ਬਣਦੀ ਹੈ ਔਰ ਉਹਦੇ ਵਿੱਚ ਸਾਰੇ ਉਹ ਕੰਪਨੀਆਂ ਆਉਂਦੀਆਂ ਨੇ, ਸਾਰੀਆਂ ਸਹਿਕਾਰਤਾ ਜਿਹੜੀਆਂ ਸੁਸਾਇਟੀਆਂ ਨੇ ਉਹ ਵੀ ਆਉਂਦੀਆਂ ਨੇ, ਕਿਉਂਕਿ ਉਸ ਪ੍ਰਕਿਰਿਆ ਦੇ ਵਿੱਚੋਂ ਹੀ ਸਾਰਾ ਇਹ ਸਿਸਟਮ ਨਿਕਲਣਾ ਪੈਂਦਾ ਹੈ। ਸੋ ਮੈਂ ਸਮਝਦਾ ਕਿ ਇਸ ਸਾਲ ਔਰ ਜਿਹੜੀ ਹੈ ਸਹਿਕਾਰਤਾ ਮਹਾਰਾਸ਼ਟਰ ਦੀ ਉਹਨੂੰ ਦਿੱਤਾ ਗਿਆ। ਮੈਂ ਤੁਹਾਨੂੰ ਇੱਕ ਹੋਰ ਤੁਹਾਡੀ ਗਿਆਤ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਕਿ ਦੇਖੋ, ਲਾਕਡਾਊਨ ਦੇ ਵਿੱਚ ਜਿਹੜੀ ਦੁੱਧ ਦੀ ਔਰ ਲੋਕਾਂ ਤੋਂ ਸੀ ਉਹਦੀ ਬਹੁਤ ਕੀਮਤ ਘਟ ਗਈ ਸੀ। ਇਹ ਸਾਨੂੰ 38 ਰੁਪਏ ਪਹਿਲਾਂ ਦੁੱਧ ਦਿੰਦੇ ਸੀ, ਲੇਕਿਨ ਲਾਕਡਾਊਨ ਦੇ ਦੌਰਾਨ ਵੇਰਕਾ ਨੇ ਸਾਨੂੰ 42 ਰੁਪਏ ਜਿਹੜਾ ਹੈ ਦਿੱਤਾ। ਹੁਣ ਵੀ ਅਸੀਂ 1 ਸਾਲ ਦਾ ਉਹਨਾਂ ਨਾਲ ਜਿਹੜਾ ਔਰ 42 ਰੁਪਏ ਦੁੱਧ ਦਾ ਅਸੀਂ ਕੀਤਾ ਗਾ। ਹਾਲਾਂਕਿ ਚਾਹੀਦਾ ਇਹ ਸੀ, ਕਿਸਾਨਾਂ ਤੋਂ ਘੱਟ ਰਹਿ ਰਹੇ ਨੇ ਉਹ, ਕਿਸਾਨਾਂ ਦੀਆਂ ਵੀ ਕੀਮਤਾਂ ਦੁੱਧ ਦੀਆਂ ਵਧਾਉਣੀਆਂ ਚਾਹੀਦੀਆਂ ਦੀਆਂ। ਜਦੋਂ ਸਾਡੇ ਦੁੱਧ ਦੀਆਂ ਕੀਮਤਾਂ ਅਸੀਂ ਜਦੋਂ ਲੈਂਦੇ ਹਾਂ ਵਧਾਈ ਹੈ, ਇਹਨਾਂ ਨੂੰ ਕਿਸਾਨਾਂ ਦੀ ਵਧਾਉਣੀ ਚਾਹੀਦੀ। ਮੈਂ ਹੋਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵੇਰਕਾ ਦੀ ਸਾਡੇ ਨਾਲ ਇਹ ਟੈਂਡਰ ਹੋਈ ਸੀ, ਦੇ ਰਹੇ ਸੀ, ਉਦੋਂ ਇੱਕ 35 ਟੀਨਾਂ ਦੇ ਵਿੱਚੋਂ ਬਹੁਤ ਘੱਟ ਆ ਰਿਹਾ ਸੀ ਜਿਹੜਾ ਘਿਓ ਆ ਰਿਹਾ ਸੀ, ਕਿਸੇ ਤੋਂ ਕਿਲੋ ਘੱਟ, ਕਿਸੇ ਤੋਂ ਕਿੰਨਾ ਘੱਟ। ਅੱਛਾ ਜੀ। ਉਹਦਾ ਸਾਨੂੰ ਨਿਸ਼ਾਨਾ ਬਣਾਇਆ ਗਿਆ ਵੀ ਸ਼੍ਰੋਮਣੀ ਕਮੇਟੀ ਦੇ ਬਹੁਤ ਵੱਡਾ ਘਪਲਾ ਹੋ ਗਿਆ। ਤੁਸੀਂ ਪ੍ਰੈਸ ਵਾਲੇ ਵੀ ਦੇਖਿਆ ਹੋਣਾ ਕਿ ਹਾਂ ਘਪਲਾ ਹੋਇਆ। ਘਪਲਾ ਕੋਈ ਨਹੀਂ ਸੀ, ਉਹ ਸਾਰੀ ਗਲਤੀ ਵੇਰਕਾ ਦੀ ਸੀ, ਕਿਉਂਕਿ ਅਸੀਂ ਜਿਹੜਾ ਘਿਓ ਲੈਂਦੇ ਹਾਂ
ਉਹ ਪੂਰਾ ਤੋਲ ਕੇ ਉਹਦੇ ਵਜਨ ਦੇ ਮੁਤਾਬਕ ਉਹਨੂੰ ਪੈਸੇ ਦਿੰਦੇ ਆ। ਲੇਕਿਨ ਜਿਹੜੀ ਔਰ ਇਹਨਾਂ ਜਿਹੜਾ ਘਪਲਾ ਹੋਇਆ ਤਾਂ ਇਹ ਵੇਰਕਾ ਨੇ ਕੀਤਾ ਜਾਂ ਇਹਨਾਂ ਦੀ ਗਲਤੀ ਨਾਲ ਹੋਇਆ, ਲੇਕਿਨ ਇਹਨਾਂ ਨੇ ਕੋਈ ਐਕਸ਼ਨ ਨਹੀਂ ਅਜੇ ਤੱਕ ਲਿਆ। ਨਾ ਲੋਕਾਂ ਨੂੰ ਦੱਸਣਾ ਚਾਹੀਦਾ ਸੀ ਕਿ ਸਾਡੀ ਗਲਤੀ ਹੈ ਕਿ ਸ਼੍ਰੋਮਣੀ ਕਮੇਟੀ ਦੀ ਗਲਤੀ ਨਹੀਂ। ਜਦੋਂ ਕੋਈ ਸਾਡੇ ਤੇ ਉਂਗਲ ਉੱਠਦੀ ਹੈ ਇਹਨਾਂ ਲੋਕਾਂ ਨੂੰ ਚਾਹੀਦਾ ਕਿ ਇਸ ਕਰਕੇ ਮੈਂ ਸਮਝਦਾ ਅਸੀਂ ਤਾਂ ਹੁਣ ਵੀ ਜਿਹੜਾ ਇਹ ਟੈਂਡਰ ਕੀਤਾ 3 ਮਹੀਨਿਆਂ ਵਾਸਤੇ ਕੀਤਾ ਹੈ, ਕਿਉਂਕਿ ਜੇ ਅਸੀਂ ਇਹਨਾਂ ਨੂੰ ਦਿੰਦੇ ਸੀ ਤਾਂ ਤਕਰੀਬਨ 5 ਕਰੋੜ ਤੋਂ ਵੱਧ ਜਿਹੜਾ ਰੁਪਈਆ ਸੀ ਸਾਨੂੰ ਪੈਂਦਾ ਸੀ। ਲੋਕ ਸਾਡੇ ਤੇ ਉਂਗਲਾਂ ਉਠਾਉਂਦੇ ਵੀ ਇੰਨਾ ਮਹਿੰਗਾ ਕਿਉਂ ਕੀਤਾ। ਸੋ ਅਸੀਂ ਹੁਣ ਕਿੰਨਾ ਨੇ ਜੀ ਹੁਣ ਕਿੰਨਾ ਨੇ ਆਪਾਂ 5 ਤੋਂ ਢਾਗੇ 2 ਦਾ 2.5 ਦਾ ਕਿੰਨਾ ਦਾ ਹੋਣਾ, ਕਿਉਂਕਿ ਇਹਨਾਂ ਦੇ ਨਾਲ ਤਕਰੀਬਨ 100 ਰੁਪਏ ਦਾ ਫਰਕ ਪੈਂਦਾ ਹੈਗਾ ਕਿਲੋ ਮੁਤਾਬਕ। 100 ਮਤਲਬ 100 ਰੁਪਏ ਕਿਉਂਕਿ ਸਾਨੂੰ 5 ਕਰੋੜ 20 ਲੱਖ ਰੁਪਏ ਦਾ ਹਰ 3 ਮਹੀਨਿਆਂ ਬਾਅਦ ਜਿਹੜਾ ਹੈ ਉਹ ਵੱਧ ਦੇਣਾ ਪੈਣਾ ਸੀ। 7 ਲੱਖ ਰੁਪਏ 7 ਲੱਖ ਦਾ, ਕਿਉਂਕਿ 22 ਕਰੋੜ ਰੁਪਇਆ ਸਾਲ ਦਾ ਵੱਧ ਦੇਣਾ ਪੈਣਾ ਸੀ। ਭਾਵੇਂ ਕਈ ਮੰਤਰੀ ਇਸ ਮੁੱਦੇ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਹਨ, ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮਹਾਰਾਸ਼ਟਰ ਦੀ ਕੰਪਨੀ ਨੂੰ ਦਿੱਤੇ ਗਏ ਦੁੱਧ ਦੇ ਠੇਕੇ ਨਾਲ ਐਸਜੀਪੀਸੀ ਦੇ ਬਜਟ ਤੇ ਕਿੰਨਾ ਕੁ ਪ੍ਰਭਾਵ ਪਵੇਗਾ। ਬਿਊਰੋ ਰਿਪੋਰਟ। ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਨਾਜਾਇਜ਼ ਮਾਈਨਿੰਗ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਅਜਿਹਾ ਹੀ ਮਾਮਲਾ ਹੁਣ ਗੁਰੂ ਹਰਸਹਾਏ ਤੋਂ ਸਾਹਮਣੇ ਆਇਆ ਹੈ। ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਪੰਜਾਬ 'ਚ ਨਾਜਾਇਜ਼ ਮਾਈਨਿੰਗ ਦਾ ਮਾਮਲਾ ਕਿਤੇ ਨਾ ਕਿਤੇ ਹਰ ਰੋਜ਼ ਸਾਹਮਣੇ ਆ ਰਿਹਾ ਹੈ, ਜੋ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਦੇ ਹੌਸਲੇ ਨੂੰ ਜ਼ਾਹਰ ਕਰਦੇ ਹਨ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰੇ 'ਚ ਖੜਾ ਕਰਦੇ ਹਨ। ਅਜਿਹਾ ਹੀ ਮਾਮਲਾ ਹੁਣ ਬਾਰਡਰ ਏਰੀਆ ਤੋਂ ਸਾਹਮਣੇ ਆਇਆ, ਜਿਸ ਵਿੱਚ ਭਾਰਤ ਪਾਕ ਦੇ ਬਾਰਡਰ ਦੇ ਨੇੜਲੇ ਪਿੰਡਾਂ ਵਿੱਚ ਰੇਤ ਮਾਫੀਆ ਧੜੱਲੇ ਨਾਲ ਆਪਣਾ ਕੰਮ ਕਰ ਰਹੇ ਹਨ। ਪਹਿਲਾਂ ਗੁਰਦਾਸਪੁਰ, ਦੂਜਾ ਖੇਮਕਰਨ ਤੇ ਹੁਣ ਗੁਰੂ ਹਰਸਹਾਏ ਦੇ ਬਾਰਡਰ ਦਾ ਇਲਾਕਾ ਨੋ ਬਹਿਰਾਮ ਸ਼ੇਰ ਸਿੰਘ ਵਾਲਾ ਦੇ ਨਾਲ ਰੇਤ ਮਾਫੀਆ ਨੇ ਖੱਡੇ ਲਗਾ ਕੇ ਧੜੱਲੇ ਨਾਲ ਪ੍ਰਸ਼ਾਸਨ ਦੀ ਨੱਕ ਹੇਠਾਂ ਰੇਤਾ ਵੇਚ ਰਹੇ ਹਨ। ਜਦਕਿ ਇਹਨਾਂ ਨੂੰ ਰੋਕਣ ਦੇ ਲਈ ਕੋਈ ਆਵਾਜ਼ ਉਠਾਉਂਦਾ ਹੈ ਤਾਂ ਉਸ ਉੱਪਰ ਪ੍ਰਸ਼ਾਸਨ ਦਾ ਦਬਾਅ ਪਾ ਕੇ ਜਾਂ ਪਰਚੇ ਦੀਆਂ ਧਮਕੀਆਂ ਦੇ ਕੇ ਉਸ ਨੂੰ ਡਰਾ ਧਮਕਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਦੂਜੇ ਪਾਸੇ ਜਿੱਥੇ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਹੈ, ਉਸ ਦੇ ਨਾਲ ਲੱਗਦੀ ਜ਼ਮੀਨ ਦੇ ਮਾਲਕ ਡਾਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਿਵੇਂ-ਜਿਵੇਂ ਰਾਤ ਪੈਂਦੀ ਹੈ ਤਾਂ ਨਾਜਾਇਜ਼ ਮਾਈਨਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਹੈ। ਮੈਂ ਇਸ ਬਾਬਤ ਮਾਈਨਿੰਗ ਦੇ ਉੱਚ ਅਧਿਕਾਰੀਆਂ ਡੀਐਸਪੀ ਐਸਐਚਓ ਨੂੰ ਵੀ ਸ਼ਿਕਾਇਤ ਦੇ ਤੌਰ ਤੇ ਦਰਖਾਸਤ ਦਿੱਤੀਆਂ ਹਨ, ਪਰ ਮੇਰੀ ਕੋਈ ਸੁਣਵਾਈ ਹਾਲੇ ਤੱਕ ਨਹੀਂ ਹੋਈ ਹੈ। ਉਲਟਾ ਰੇਤ ਮਾਫੀਆ ਵੱਲੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਮੈਂ ਪ੍ਰਸ਼ਾਸਨ ਤੋਂ ਇਸ ਗੱਲ ਦੀ ਮੰਗ ਕਰਦਾ ਹਾਂ ਕਿ ਜਲਦ ਤੋਂ ਜਲਦ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ, ਜਿਸ ਨਾਲ ਰੇਤ ਮਾਫੀਆ ਨੂੰ ਠੱਲ ਪਾਈ ਜਾ ਸਕੇ। ਇਹ ਢਾਣੀ ਗੁਰਮੁਖ ਸਿੰਘ ਦੀ ਰਾਧਾ ਸਵਾਮੀ ਡੇਰੇ ਦੇ ਮਗਰਲੇ ਪਾਸੇ ਇਹਨਾਂ ਬਹੁਤ ਵੱਡਾ ਖੱਡਾ ਲਾਇਆ, ਜਿਹਦੇ ਨਾਲ ਮੇਰੀ ਜ਼ਮੀਨ ਨੂੰ ਬਹੁਤ ਨੁਕਸਾਨ ਪਹੁੰਚਾ ਰਹੇ ਨੇ। ਮੇਰੀ ਜ਼ਮੀਨ ਦੇ ਵਿੱਚ ਧੱਕੇ ਨਾਲ ਇਹ ਆਪਦੇ ਟਰੈਕਟਰ ਟਰਾਲੀਆਂ ਰੋਜ਼ਾਨਾ ਲੰਘਾਉਂਦੇ ਨੇ, ਰਾਤ ਨੂੰ ਬਹੁਤ ਜ਼ਿਆਦਾ ਮਾਈਨਿੰਗ ਕਰਦੇ ਨੇ। 2-3 ਦਫਾ ਰੋਕਿਆ ਹੈ। ਇਹ ਸਾਡੇ ਨਾਲ ਝਗੜਾ ਕਰਨ ਫਿਰਦੇ, ਧੱਕਾ ਕਰਦੇ ਨੇ ਬਹੁਤ ਜ਼ਿਆਦਾ। ਹੋ ਸਕਦਾ ਮੇਰਾ ਜਾਨੀ ਨੁਕਸਾਨ ਵੀ ਕਰਦੇ ਨੇ। ਮੈਂ ਪ੍ਰਸ਼ਾਸਨ ਵਾਸਤੇ ਇਹਨਾਂ ਨੂੰ ਕਈ ਦਫਾ ਇਹਨਾਂ ਨੂੰ ਪੁਲਿਸ ਨੂੰ ਵੀ ਕਿਹਾ ਹੈ, ਮਾਈਨਿੰਗ ਅਫਸਰਾਂ ਤੋਂ ਵੀ ਕਿਹਾ ਹੈ, ਬੜਾ ਕੁਝ ਕੀਤਾ ਹੈ। ਪਤਾ ਨਹੀਂ ਇਹਨਾਂ ਕਿਹਦੇ ਨਾਲ ਪਹਿਲੀ ਭੁਗਤਾਨ ਹੈ, ਪੁਲਿਸ ਨਾਲ ਹੈ ਕਿ ਮਾਈਨਿੰਗ ਵਾਲਿਆਂ ਨਾਲ। ਇਹ ਕੋਈ ਮੇਰੀ ਸੁਣਾਈ ਨਹੀਂ ਹੋ ਰਹੀ। ਕਈਆਂ ਥਾਵਾਂ ਦਰਖਾਸਤਾਂ ਦਿੱਤੀਆਂ। ਬਾਰਡਰ ਦੇ ਨਾਲ ਹੈ, ਬਾਰਡਰ ਤੋਂ ਅੱਧਾ ਕਿਲੋਮੀਟਰ 'ਤੇ ਸਾਡੀ ਜ਼ਮੀਨ ਹੈ, ਜਿੱਥੇ ਜਾ ਕੇ ਇਹਨਾਂ ਨੇ ਮਾਈਨਿੰਗ ਲਾਇਆ। ਖੱਡਾ 30-35 ਫੁੱਟ ਡੂੰਘਾ ਕੀਤਾ ਹੈ। 2 ਦਫਾ ਮਾਈਨਿੰਗ ਵਾਲੇ ਕਰਕੇ ਗਏ ਨੇ, ਫਿਰ ਵੀ ਸਾਡੀ ਕੋਈ ਸੁਣਾਈ ਨਹੀਂ ਹੋਈ। ਪਤਾ ਨਹੀਂ ਇਹਨਾਂ ਮਿਲੀ ਭਗਤ ਕੀ ਇਹਨਾਂ ਦਾ ਲੱਗਦਾ ਕੋਈ ਸਿਆਸੀ ਹੱਥ ਹੈ ਇਹਦੇ ਵਿੱਚ। ਇਹਨਾਂ ਦਾ ਕੋਈ ਸਿਆਸੀ ਹੱਥ ਲੱਗਦਾ ਹੈ। ਕੋਈ ਜਿਹੜਾ ਕਿਉਂ ਨਹੀਂ ਇਹਨਾਂ ਨੂੰ ਕੋਈ ਨੱਥ ਪਾਉਂਦੀ, ਨਾ ਪੁਲਿਸ ਪਾਉਂਦੀ ਹੈ। ਇਹਨਾਂ 3 ਬੰਦਿਆਂ 'ਤੇ ਜੋਗਿੰਦਰ ਸਿੰਘ ਤੇ ਆਪਣਾ ਸੋਹਣ ਸਿੰਘ ਤੇ ਆਪਣਾ ਮੋਹਨ ਸਿੰਘ, ਜਿਹੜੇ ਨਿਹਾਲ ਸਿੰਘ ਦੇ ਪੁੱਤਰ ਨੇ, ਇਹਨਾਂ ਦਾ ਕੋਈ ਪਤਾ ਨਹੀਂ ਸਿਆਸੀ ਹੱਥ ਹੈ ਕੀ ਹੈ, ਜਿਹੜੀ ਜਾਂ ਪੁਲਿਸ ਨਾਲ ਮਿਲੀ ਭੁਗਤ ਹੈ। ਪਰ ਸਮਝ ਨਹੀਂ ਲੱਗਦੀ ਇਹਨਾਂ ਦੀ ਕਿਉਂ ਮੇਰੀ ਸੁਣਾਈ ਨਹੀਂ ਹੁੰਦੀ, ਤੇ ਨਾ ਹੀ ਪ੍ਰਸ਼ਾਸਨ ਇਹਦੇ ਬਾਰੇ ਸੋਚਦਾ। ਪ੍ਰਸ਼ਾਸਨ ਨੂੰ ਇਹ ਵੀ ਪਤਾ ਵੀ ਇਹ ਕਾਨੂੰਨੀ ਕਾਰਵਾਈ ਕਰਦੇ ਨੇ। ਇਹ ਕੰਮ ਆਪਣੇ ਪੰਜਾਬ 'ਚ ਕਿਤੇ ਨਹੀਂ ਹੋ ਸਕਦਾ ਜਿਹੜਾ ਇਹ ਕਰਦੇ ਪਏ ਨੇ। ਪਤਾ ਨਹੀਂ ਪ੍ਰਸ਼ਾਸਨ ਨੂੰ ਅੱਜ 2-2.5 ਮਹੀਨੇ ਹੋ ਗਏ, ਰੋਜ਼ਾਨਾ ਦੀਆਂ 50-60 ਟਰਾਲੀਆਂ ਰੋਜ਼ਾਨਾ ਨਿਕਲਦੀਆਂ ਨੇ ਇੱਥੋਂ। ਤਾਂ ਮੇਰੀ ਜ਼ਮੀਨ ਦਾ ਬਹੁਤ ਨੁਕਸਾਨ ਕਰਦਾ, ਧੱਕੇ ਨਾਲ ਮੇਰੀ ਜ਼ਮੀਨ ਦੇ ਵਿੱਚ ਲੰਘੀ ਜਾਂਦੇ ਨੇ। ਇਸ ਸੰਬੰਧੀ ਜਦੋਂ ਥਾਣਾ ਗੁਰੂ ਹਰਸਹਾਏ ਦੇ ਐਸਐਚਓ ਜਸਵਿੰਦਰ ਸਿੰਘ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਹੈ ਅਤੇ ਜਲਦ ਹੀ ਇਸ ਦਾ ਹੱਲ ਇਨਕੁਆਇਰੀ ਕਰਕੇ ਕੀਤਾ ਜਾਵੇਗਾ। ਇਹ ਹੈ ਇੰਦਰਜੀਤ ਡਾਕਟਰ ਨੇ ਜਿਹੜੀ ਤੁਹਾਨੂੰ ਦਰਖਾਸਤ ਦਿੱਤੀ ਹੋਈ ਹੈ। ਰਸਤਾ ਨਹੀਂ ਲੰਘਦਾਗਾ, ਰਾਹ ਦਾ ਰੋਲਾ ਜੀ ਹੁੰਦਾ। ਉਹ ਕਹਿੰਦਾ ਵੀ ਮੇਰਾ ਰਸਤਾ ਹੈ ਤੇ ਇਹ ਨਜਾਇਜ਼ ਤੌਰ ਤੇ ਉੱਥੋਂ ਜਿਹੜੀ ਮਾਈਨਿੰਗ ਕਰ ਰਹੇ ਆ, ਟਰਾਲੀਆਂ ਲਗਾਉਂਦੇ ਆ। ਉਸ ਮਸਲੇ ਮੈਂ ਕਹਿ ਹੀ ਦਿੱਤਾ ਬੰਦ ਕਰਾ ਦਿੰਦੇ ਆ। ਉਹ ਕਹਿੰਦੇ ਅਸੀਂ ਮੁੱਲ ਲਈ ਆ ਜ਼ਮੀਨ। ਨਹੀਂ ਹਾਂ ਅੱਛਾ ਜੀ ਹਾਂ, ਉਹ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਮੈਂ ਇੱਕ ਅੱਧੇ ਦਿਨ ਚ ਮੌਕਾ ਦੇ ਕੇ ਵੈਰੀਫਾਈ ਕਰ ਲਾਂਗੇ ਕੀ ਹੈਗਾ ਸਹੀ। ਸੂਬੇ ਅੰਦਰ ਧੜੱਲੇ ਨਾਲ ਚੱਲ ਰਹੀ ਨਾਜਾਇਜ਼ ਮਾਈਨਿੰਗ ਉੱਤੇ ਕਦੋਂ ਤੱਕ ਨੱਥ ਪਾਈ ਜਾਵੇਗੀ ਤੇ ਪ੍ਰਸ਼ਾਸਨ ਕਦੋਂ ਇਹਨਾਂ ਮਾਮਲਿਆਂ ਵੱਲ ਧਿਆਨ ਦੇਵੇਗਾ, ਲੋਕ ਇਸ ਸੋਚ ਵਿੱਚ ਹੀ ਡੁੱਬੇ ਦਿਖਾਈ ਦੇ ਰਹੇ ਹਨ।
ਜਲਾਲਾਬਾਦ ਤੋਂ ਅਰਵਿੰਦਰ ਤਨੇਜਾ ਦੀ ਖਾਸ ਰਿਪੋਰਟ। ਪੰਜਾਬ ਦੇ ਕਈ ਜ਼ਿਲ੍ਹਿਆਂ ਤੋਂ ਹਰ ਰੋਜ਼ ਮਾਰਕੁੱਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ, ਜਿਸ ਵਿੱਚ ਆਸਾਨੀ ਨਾਲ ਲੋਕ ਘਰ 'ਚ ਵੜ ਕੇ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਤੋਂ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਇੱਥੇ ਬੀਤੀ ਰਾਤ ਇੱਕ ਘਰ ਅੰਦਰ ਵੜ ਕੇ 15 ਵਿਅਕਤੀਆਂ ਨੇ ਪਰਿਵਾਰਕ ਮੈਂਬਰਾਂ ਤੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੇ ਆਰੋਪ ਲਗਾਏ ਨੇ ਕਿ ਉਹਨਾਂ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਜਿਸ ਮਾਮਲੇ ਬਾਰੇ ਗੱਲ ਕਰਦੇ ਹੋਏ ਰਮਨਦੀਪ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਉੱਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਮਾਮਲਾ ਦਰਜ ਕਰਕੇ ਪੁਲਿਸ ਜਾਂਚ ਵਿੱਚ ਜੁਟ ਚੁੱਕੀ ਹੈ। ਸਰ ਕੱਲ ਸ਼ਾਮ ਦੀ ਗੱਲ ਆ, ਮੈਂ ਸਾਡੇ ਮਹੱਲੇ ਇੱਥੇ ਮੋੜ ਤੇ ਖੜਾ ਸੀ ਤੇ ਉਹ ਮੁੰਡੇ ਨਾ ਸਮਗਲਰ ਆ, ਡਰੱਗਸ ਵੇਚਦੇ ਆ। ਕੀ ਨਾਮ ਕੀ ਉਹਨਾਂ ਦਾ? ਉਹਦਾ ਨਾਮ ਹੈਗਾ ਲਵਪ੍ਰੀਤ ਸਿੰਘ। ਕਿੱਥੋਂ ਦੇ ਰਹਿਣ ਵਾਲੇ? ਇਸੇ ਮਹੱਲੇ ਦੇ ਰਹਿਣ ਵਾਲੇ 7 ਵਾਰਡ ਦੇ। ਭੀਤਾ ਉਹਦਾ ਛੋਟਾ ਨਾਮ ਭੀਤਾ ਵਾ। ਤੇ ਮੈਂ ਵੇਖਣ ਦਿਆ ਸੀ ਉਹਦੇ ਵੱਲ ਤੇ ਮੈਨੂੰ ਕਹਿੰਦਾ ਮੇਰੇ ਵੱਲ ਕੀ ਵੇਖਦਾ ਪਿਆ ਵਾ। ਤੇ ਮੈਂ ਕਿਹਾ ਫਿਰ ਕੀ ਹੋਇਆ ਵੇਖ ਲਿਆ। ਤੇ ਇਸੇ ਗੱਲ ਤੋਂ ਹੀ ਸਾਰੋਂ ਪਹਿਲਾਂ 2-3 ਮੁੰਡੇ ਮੇਰੇ ਪਏ ਗੱਲ, ਤੇ ਉਸ ਤੋਂ ਬਾਅਦ ਮੈਂ ਆ ਗਿਆ ਇੱਧਰ। ਤੇ ਉਸ ਤੋਂ ਬਾਅਦ ਫਿਰ ਉਹ ਸਰ ਇਕੱਠੇ ਹੋ ਕੇ ਆਏ ਆ। ਤਾਂ ਉਦੋਂ ਤਾਂ ਅਸੀਂ ਬਚ ਗਏ, ਦੋਵੇਂ ਭਰਾ ਸਰ ਕੋਠੇ ਚੜ੍ਹ ਗਏ। ਫਿਰ ਦੂਜੀ ਤੀਜੀ ਵਾਰੀ ਉਹ ਆਪਣੀਆਂ ਜਨਾਨੀਆਂ ਨੂੰ ਲੈ ਕੇ ਆਏ ਰਾਤ 1 ਵਜੇ ਵੀ ਕੀ ਗੱਲ ਹੋਈ ਆ, ਦੱਸੋ ਕਾਹਤੋਂ ਲੜੇ ਆ। ਤਾਂ ਉਹਨਾਂ ਦੀਆਂ ਜਨਾਨੀਆਂ ਅਸੀਂ ਬੂਹਾ ਨਹੀਂ ਸਰ ਪਹਿਲਾਂ ਖੋਲ੍ਹਦੇ ਸਾਡੇ ਘਰ ਦੇ ਵੀ ਨਹੀਂ ਸਵੇਰੇ ਆਇਓ, ਤੁਸੀਂ ਸਵੇਰੇ ਆਇਓ। ਉਹ ਕਹਿੰਦੇ ਨਹੀਂ ਅਸੀਂ ਤੁਹਾਡੇ ਨਾਲ ਗੱਲ ਹੀ ਕਰਨੀ ਆ, ਬਸ ਕੋਈ ਨਹੀਂ ਤੁਹਾਨੂੰ ਕੁਛ ਕਹਿੰਦਾ। ਤਾਂ ਸਾਰਾ ਲਈ ਬੂਹਾ ਖੋਲ੍ਹਿਆ, ਸਾਰੇ ਹੀ ਸਾਡੇ ਅੰਦਰ ਆ ਗਏ ਮੁੰਡੇ, 14-15 ਜਾਣੇ ਮੁੰਡੇ ਸੀ ਉਹ। ਤਾਂ ਸਾਰਿਆਂ ਨੇ, ਕਿਸੇ ਨੇ ਦਾਤਰ ਫੜਿਆ, ਕਿਸੇ ਨੇ ਬੈਸਬੋਲ, ਤੇ ਕਿਸੇ ਨੇ ਇੱਟ ਫੜੀ ਹੱਥ ਦੇ ਵਿੱਚ, ਕਿਸੇ ਨੇ ਕੁਝ। ਤਾਂ ਸਰ ਰਾਜਾ ਮੁੰਡਾ ਨਾਮ, ਰਾਜਾ ਟੱਕਰ ਆਂਦੇ ਉਹਨੂੰ, ਉਹ ਵੀ ਸਮੈਕ ਵੇਚਦਾ ਵਾ। ਤੇ ਉਹਨੇ ਹੀ ਮੇਰੇ ਇੱਟ ਮਾਰੀ ਜੇ ਸਰ ਸਿਰ ਦੇ ਵਿੱਚ। ਕੁਛ ਨਹੀਂ, ਇਹਨਾਂ ਨੇ ਲੜੇ ਸੀਗੇ ਤੇ ਇਹਨਾਂ ਨੂੰ ਅਸੀਂ ਛਡਾਉਣੇ, ਅਸੀਂ ਕਿਹਾ ਵੀ ਚਲੋ ਛੱਡ ਦੋ, ਕੋਈ ਗੱਲ ਨਹੀਂ, ਜਿਹੜੀ ਹੋ ਗਈ ਗੱਲ ਹੋ ਗਈ ਆ, ਹੁਣ ਕੀ ਫਾਇਦਾ ਲੜਨ ਦਾ। ਇੰਨੀ ਗੱਲ ਹੀ ਕਹੀ ਤੇ ਦੂਜਾ ਮੁੰਡਾ ਆ ਕੇ ਨਾ ਉਹਨੇ ਮੇਰੇ ਮੂੰਹ ਤੇ ਚਪੇੜ ਪਹਿਲਾਂ ਮਾਰੀ ਤੇ 4 ਜਣਿਆਂ ਨੇ ਮੈਨੂੰ ਫੜਿਆ ਤੇ ਇੱਕ ਮੁੰਡੇ ਢਿੱਡ ਦੇ ਉੱਤੇ ਬਹਿ ਕੇ ਤੇ ਉਹਨੇ ਸਾਰੇ ਸਰੀਰ ਨੂੰ ਹੱਥ ਲਾਇਆ ਤੇ ਇੱਕ ਮੈਨੂੰ ਕੁੱਟਣ ਦਿਆ ਸੀ। ਤੇ ਇਹਨਾਂ ਨੂੰ ਸਾਰਿਆਂ ਨੇ ਉਸ ਦੂਜੇ ਮੁੰਡਿਆਂ ਨੇ ਫੜਿਆ ਸੀ, ਇਹ ਉਹਨਾਂ ਨੂੰ ਛਡਾਉਂਦੇ ਸੀ ਆਪਣੇ ਵੱਲੋਂ ਤੇ ਉਹ ਛੱਡਦੇ ਨਹੀਂ ਸੀਗੇ। ਤੇ ਉਹਨਾਂ ਨੇ ਮੈਨੂੰ ਕੁੱਟਿਆ ਸੀਗਾ ਤੇ ਉਹ ਮੇਰੇ ਢਿੱਡ ਤੇ ਬਹਿ ਕੇ ਤੇ ਇਹਨਾਂ ਨੇ ਕੱਪੜੇ ਕੁੱਪੜੇ ਸਾਰੇ ਮੇਰੇ ਪਾੜਤੇ ਸੀਗੇ। ਦੋਵਾਂ ਪਾਰਟੀਆਂ ਵੱਲੋਂ ਰਾਤੀ ਦਰਖਾਸਤਾਂ ਆਈਆਂ ਸੀਗੀਆਂ, ਦੋਵਾਂ ਪਾਰਟੀਆਂ ਨੂੰ ਬੁਲਾਇਆ ਗਿਆ ਹੈ। ਦੋਵਾਂ ਪਾਰਟੀਆਂ ਦੇ ਥੋੜ੍ਹੀਆਂ ਸੱਟਾਂ ਲੱਗੀਆਂ ਸੀ। ਜੋ ਇਹਨਾਂ ਦੀ ਕਿਸੇ ਦੀ ਜੋ MLR ਆਊਗੀ, ਜੋ ਕਾਰਵਾਈ ਬਣਦੀ ਹੋਊਗੀ ਕੀਤੀ ਜਾਊਗੀ। ਸਰ ਉਹਨਾਂ ਨੇ ਕਹਿਣਾ ਕਿ ਅਸੀਂ ਰਾਤੀ ਦਰਖਾਸਤ ਦਿੱਤੀ ਆ, ਥਾਣੇ ਵੀ ਦੇ ਕੇ ਇੱਥੇ ਵੀ ਆਏ ਹਾਂ ਤੇ ਸਾਡੇ ਘਰੇ ਤੱਕ ਪੁਲਿਸ ਜਾਣੀ ਅਜੇ ਤੱਕ ਮੌਕਾ ਦੇਖਣ ਨਹੀਂ ਆਈ ਕਿ ਇਹਦੇ 'ਚ ਕਿੰਨਾ ਸੱਚ ਹੈ। ਗਏ ਆ ਜੀ, ਮੁੰਡਾ ਰਾਤੀ ਭੇਜਿਆ ਵੀ, PCR ਵਾਲੇ ਗਏ ਸੀਗੇ, ਉਹ ਦੇਖ ਕੇ ਵੀ ਆਏ ਆ, ਸਾਰਾ ਦੇਖ ਕੇ ਵੀ ਆਏ ਆ। ਬਾਕੀ ਰਾਤ ਨੂੰ ਇਹ ਫਿਰ 1:30 ਵਜੇ ਲੜ ਪਏ, ਆਪ ਦੇ ਵਿੱਚ ਜਨਾਨੀਆਂ ਵੀ ਲੜਦੀਆਂ ਪਈਆਂ ਸੀ, ਠੀਕ ਨਹੀਂ। ਜਿਹੜਾ ਹੁਣ ਦੋਵਾਂ ਪਾਰਟੀਆਂ ਨੂੰ ਸੱਦਿਆ, ਜੋ ਕਿਸੇ ਦੀ ਸੱਚਾਈ ਹੋਊਗੀ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਕਿਸੇ ਨਾਲ ਬੇਇਨਸਾਫੀ ਵਾਲਾ ਕੰਮ ਨਹੀਂ ਹੋਊਗਾ, ਸਾਹਮਣੇ ਪਾਰਟੀਆਂ ਆ ਜਾਣਗੀਆਂ, ਸੱਚਾਈ ਪਤਾ ਲੱਗ ਜਾਊਗਾ। ਪੰਜਾਬ ਸੂਬੇ ਵਿੱਚ ਕਈ ਲੋਕ ਰੋਜ਼ੀ ਰੋਟੀ ਕਮਾਉਣ ਲਈ ਦੂਜੇ ਦੇਸ਼ਾਂ ਵੱਲ ਜਾ ਰਹੇ ਨੇ। ਦੂਜੇ ਦੇਸ਼ਾਂ ਵਿੱਚ ਲੋਕ ਆਪਣੇ ਚੰਗਾ ਭਵਿੱਖ ਬਣਾਉਣ ਲਈ ਕੰਮ ਕਰਦੇ ਨੇ, ਪਰ ਮੌਤ ਇਹਨਾਂ ਸਾਰੇ ਸੁਪਨਿਆਂ ਤੇ ਪਾਣੀ ਫੇਰ ਦਿੰਦੀ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਭਨਕਾ ਖੁਰਦ ਤੋਂ ਸਾਹਮਣੇ ਆਇਆ ਹੈ, ਜਿਸ ਬਾਰੇ ਪਿੰਡ ਦੇ ਸਰਪੰਚ ਸੁਖਦੇਵ ਸਿੰਘ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਨੌਜਵਾਨ ਮਨਦੀਪ ਸਿੰਘ ਪੁੱਤਰ ਮੰਗਲ ਸਿੰਘ ਰੋਜ਼ੀ ਰੋਟੀ ਕਮਾਉਣ ਲਈ ਦੁਬਈ ਗਿਆ ਸੀ ਤੇ ਕਰੋਨਾ ਕਾਰਨ ਉੱਥੇ ਲਾਕਡਾਊਨ ਹੋਣ ਕਾਰਨ ਕੰਮ ਬੰਦ ਹੋ ਗਿਆ। ਉਹਨਾਂ ਨੇ ਦੱਸਿਆ ਕਿ ਇਸ ਨੌਜਵਾਨ ਦੀ ਬੀਤੀ 6 ਜੁਲਾਈ ਨੂੰ ਮੌਤ ਹੋ ਗਈ ਹੈ ਤੇ ਮ੍ਰਿਤਕ ਲਾਸ਼ ਨੂੰ ਵਾਪਸ ਮੰਗਾਉਣ ਲਈ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰ ਲੋਕਾਂ ਲਈ ਮਸੀਹਾ ਬਣੇ ਸਰਬੱਤ ਦਾ ਭਲਾ ਟਰਸਟ ਦੇ ਨਿਰਦੇਸ਼ਕ SP ਸਿੰਘ ਓਬਰਾਏ ਨੇ ਲਾਸ਼ ਨੂੰ ਵਾਪਸ ਸਾਡੇ ਪਿੰਡ ਮੰਗਾਇਆ ਤੇ ਹੁਣ ਉਸ ਦਾ ਸੰਸਕਾਰ ਕੀਤਾ ਜਾਵੇਗਾ। ਆਹੋ, ਅਸੀਂ ਅੱਜ ਜੀ ਆਪਣੇ ਛੋਟੇ ਵੀਰ ਮਨਦੀਪ ਸਿੰਘ ਦੀ ਡੈੱਡ ਬੋਡੀ ਅੰਮ੍ਰਿਤਸਰ ਏਅਰਪੋਰਟ ਤੋਂ ਲੈਣ ਗਏ ਹਾਂ, ਜੋ ਕਿ ਕੁਝ ਸਮਾਂ ਪਹਿਲਾਂ ਦੁਬਈ ਤੇ ਗਿਆ ਸੀ। ਅਚਾਨਕ ਉਹਨਾਂ ਦੀ ਮੌਤ ਹੋਣ ਕਰਕੇ ਸਾਨੂੰ ਉਹਨਾਂ ਦੀ ਡੈੱਡ ਬੋਡੀ ਨਹੀਂ ਸੀ ਮਿਲ ਰਹੀ ਤੇ ਅਸੀਂ ਇਸ ਪੱਖ ਦੇ ਵਿੱਚ ਜੀ SP ਓਬਰਾਏ ਸਾਹਿਬ ਨੂੰ ਜੀ ਕੰਟੈਕਟ ਕੀਤਾ। ਉਹਨਾਂ ਨੇ ਬਹੁਤ ਜ਼ਿਆਦਾ ਐਫਰਟ ਕਰਕੇ ਸਾਡੇ ਭਰਾ ਸਰਦਾਰ ਮਨਦੀਪ ਸਿੰਘ ਦੀ ਡੈੱਡ ਬੋਡੀ ਅੱਜ ਸਾਨੂੰ ਦਵਾਈ ਹੈ। ਅਖੀਰਲੀ ਵਾਰ ਉਹਨਾਂ ਨੇ ਦਰਸ਼ਨ ਕਰਾਇਆ ਜੀ। ਅਸੀਂ ਆਪਣਾ ਦਿਲੋਂ ਧੰਨਵਾਦ ਕਰਦੇ ਹਾਂ ਜੀ SP ਓਬਰਾਏ ਸਾਹਿਬ ਜੀ ਦਾ, ਜਿਨ੍ਹਾਂ ਨੇ ਸਾਡੇ ਦੇ ਅਹਿਸਾਨ ਕੀਤਾ ਜੀ। ਥੈਂਕ ਯੂ ਵੈਰੀ ਮੱਚ SP ਓਬਰਾਏ ਸਾਹਿਬ ਜੀ। ਕਰੋਨਾ ਸੰਕਟ ਦੇ ਚੱਲਦਿਆਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦਾ ਫਰਕ ਪਿਆ, ਵੱਖ-ਵੱਖ ਤਰ੍ਹਾਂ ਦਾ ਪ੍ਰਭਾਵ ਪਿਆ। ਇੱਕ ਕੌਮਾਂਤਰੀ ਉਡਾਣਾਂ ਬੰਦ ਹੋਣ ਦੇ ਨਾਲ ਬਹੁਤ ਸਾਰੇ ਜਿੱਥੇ ਕਈ ਲੋਕ ਉੱਧਰੋਂ ਫਸ ਗਏ ਨੇ, ਖਾਸ ਕਰਕੇ ਖਾੜੀ ਦੇ ਮੁਲਕਾਂ ਦੇ ਵਿੱਚ, ਉੱਥੇ ਬਹੁਤ ਸਾਰੇ ਬਦਨਸੀਬ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਆਪਣਿਆਂ ਪਿਆਰਿਆਂ ਦੀ, ਪਰਿਵਾਰਕ ਮੈਂਬਰਾਂ ਦੀ, ਆਪਣੇ ਲਾਡਲਿਆਂ ਦੀਆਂ ਮ੍ਰਿਤਕ ਦੇਹਾਂ ਉੱਧਰ ਫਸੀਆਂ ਸੀਗੀਆਂ। ਅੱਜ ਜਿਹੜੀ ਲੰਘੀ ਰਾਤ ਆ ਉਹਦੇ ਵਿੱਚ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਭਕਨਾ ਖੁਰਦ ਦਾ ਇੱਕ 23 ਸਾਲਾ ਨੌਜਵਾਨ ਮਨਦੀਪ ਸਿੰਘ
ਜਿਹੜੀ ਉੱਥੇ 6 ਮਹੀਨੇ ਪਹਿਲਾਂ ਉੱਥੇ ਗਿਆ ਸੀਗਾ ਰੁਜ਼ਗਾਰ ਦੇ ਸੰਬੰਧ ਵਿੱਚ, ਉਹਦੀ ਮੌਤ ਹੋ ਗਈ ਸੀ। ਡੈੱਡ ਬਾਡੀ ਉੱਧਰ ਫਸੀ ਸੀਗੀ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸਪੀ ਸਿੰਘ ਉਬਰਾਏ ਹੋਰਾਂ ਦੇ ਨਾਲ ਸੰਪਰਕ ਕੀਤਾ ਪਰਿਵਾਰ ਨੇ। ਡਾਕਟਰ ਉਬਰਾਏ ਹੋਰਾਂ ਦੇ ਯਤਨਾਂ ਸਦਕਾ ਉਹਨਾਂ ਨੇ ਆਪਣੇ ਖਰਚੇ ਦੇ ਉੱਤੇ ਜਿਹੜੀ ਆ ਇਹ ਡੈੱਡ ਬਾਡੀ ਆ ਮਨਦੀਪ ਸਿੰਘ ਦੀ ਭਕਨਾ ਖੁਰਦ ਦੀ 23 ਸਾਲਾ ਨੌਜਵਾਨ ਦੀ, ਇਹ ਅੱਜ ਇੱਥੇ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਉਹਨਾਂ ਨੇ ਭਜਵਾਈ ਆ। ਸਰਬੱਤ ਦਾ ਭਲਾ ਟਰਸਟ ਵੱਲੋਂ ਡਾਕਟਰ ਉਬਰਾਏ ਦੇ ਨਿਰਦੇਸ਼ਾਂ ਦੇ ਮੁਤਾਬਕ ਹੁਣ ਤੱਕ ਖਾੜੀ ਮੁਲਕਾਂ ਜਾਂ ਹੋਰ ਮੁਲਕਾਂ ਦੇ ਵਿੱਚੋਂ 178 ਦੇ ਕਰੀਬ ਜਿਹੜੀਆਂ ਮ੍ਰਿਤਕ ਦੇਹਾਂ ਨੇ ਨੌਜਵਾਨਾਂ ਦੀਆਂ, ਬਦਨਸੀਬ ਨੌਜਵਾਨਾਂ ਦੀਆਂ, ਵਿਅਕਤੀਆਂ ਦੀਆਂ, ਉਹ ਹੁਣ ਤੱਕ ਭੇਜੀਆਂ ਨੇ। ਬੜੇ ਵੀ ਦੁੱਖ ਨਾਲ ਕਹਿਣਾ ਪੈਂਦਾ, ਉਹਨਾਂ ਦੇ ਪਰਿਵਾਰਾਂ ਦੇ ਨਾਲ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੀ ਪੂਰੀ ਹਮਦਰਦੀ ਵੀ ਆ। ਅਸੀਂ ਦੁੱਖ ਵੀ ਉਹਨਾਂ ਦਾ ਵੰਡਾ ਰਹੇ ਹਾਂ ਕਿ ਆਉਣ ਵਾਲੇ 10 ਕੁ ਦਿਨਾਂ ਦੇ ਵਿੱਚ 6 ਹੋਰ ਮ੍ਰਿਤਕ ਦੇਹਾਂ ਜਿਹੜੇ ਇਹੋ ਜਿਹੇ ਬਦਨਸੀਬ ਨੌਜਵਾਨ ਨੇ ਜਿਹੜੇ ਰੁਜ਼ਗਾਰ ਦੀ ਭਾਲ ਦੇ ਵਿੱਚ ਗਏ, ਉੱਥੇ ਕਿਸੇ ਨਾ ਕਿਸੇ ਕਾਰਨ ਕਰਕੇ ਮੌਤ ਦਾ ਸ਼ਿਕਾਰ ਹੋ ਗਏ, ਉਹਨਾਂ ਦੀਆਂ ਮ੍ਰਿਤਕ ਦੇਹਾਂ ਵੀ ਜਿਹੜੀਆਂ ਉਹ ਇੱਥੇ ਲਿਆਂਦੀਆਂ ਜਾ ਰਹੀਆਂ ਨੇ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ। ਮਿਲਦੇ ਹਾਂ ਇੱਕ ਨਿੱਕੀ ਜੀ ਬ੍ਰੇਕ ਤੋਂ ਬਾਅਦ। This show is sponsored by Ashoka Tandoori Range. Enjoy the Indian taste. This show is sponsored by Ashoka Tandoori Range. Enjoy the Indian taste. ਪੰਜਾਬ ਵਿੱਚ ਜੇ ਦੇਖਿਆ ਜਾਵੇ ਤਾਂ ਚੋਰੀ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ। ਆਏ ਦਿਨ ਕਿਸੇ ਨਾ ਕਿਸੇ ਸ਼ਹਿਰ ਤੋਂ ਚੋਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਚੋਰ ਐਨੇ ਬੇਖੌਫ ਹੋ ਗਏ ਹਨ ਕਿ ਉਹਨਾਂ ਨੂੰ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਕੋਈ ਡਰ ਹੀ ਨਹੀਂ ਲੱਗਦਾ। ਅਸੀਂ ਹਰ ਰੋਜ਼ ਖਬਰਾਂ ਦੀਆਂ ਤਸਵੀਰਾਂ ਵਿੱਚ ਦੇਖ ਰਹੇ ਹਾਂ ਕਿ ਕਿਵੇਂ ਚੋਰ ਚੋਰੀ ਕਰਕੇ ਬੇਖੌਫ ਰਵਾਨਾ ਹੋ ਜਾਂਦੇ ਨੇ। ਚੋਰਾਂ ਦੇ ਹੌਸਲੇ ਐਨੇ ਬੁਲੰਦ ਹਨ ਕਿ ਉਹ ਕਿਸੇ ਦੀ ਜਾਨ ਲੈਣ ਤੋਂ ਵੀ ਨਹੀਂ ਘਬਰਾਉਂਦੇ। ਜੇ ਦੇਖਿਆ ਜਾਵੇ ਤਾਂ ਪਿਛਲੇ ਸਮੇਂ ਦੌਰਾਨ ਚੋਰੀਆਂ ਦੀਆਂ ਖਬਰਾਂ ਬਹੁਤ ਆ ਰਹੀਆਂ ਹਨ। ਇਸ ਵਿੱਚ ਪੰਜਾਬ ਦੇ ਕਿਸੇ ਨਾ ਕਿਸੇ ਸ਼ਹਿਰ ਤੋਂ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿਸ ਨੂੰ ਦੇਖਦੇ ਹੋਏ ਮਹਿਲਾਵਾਂ ਦਾ ਘਰ ਤੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ। ਜਿਸ ਤਰ੍ਹਾਂ ਮਹਿਲਾਵਾਂ ਨੂੰ ਇਕੱਲਿਆਂ ਦੇਖ ਕੇ ਚੋਰੀ ਦੀ ਵਾਰਦਾਤ ਨੂੰ ਚੋਰ ਅੰਜਾਮ ਦੇ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਜੋ ਖਬਰਾਂ ਪਹਿਲਾਂ ਦੂਜੇ ਰਾਜਾਂ ਤੋਂ ਆਉਂਦੀਆਂ ਸਨ, ਹੁਣ ਪੰਜਾਬ ਵਿੱਚ ਅਜਿਹਾ ਹੀ ਮਾਹੌਲ ਬਣ ਗਿਆ। ਇਸ ਤਰ੍ਹਾਂ ਦੀਆਂ ਹੀ ਤਸਵੀਰਾਂ ਜਲੰਧਰ ਦੇ ਨਿਊ ਲక్ష్ਮੀਪੁਰਾ ਤੋਂ ਸਾਹਮਣੇ ਆਈਆਂ ਨੇ, ਜਿੱਥੇ ਇੱਕ ਸਬਜ਼ੀ ਲੈ ਕੇ ਆ ਰਹੀ ਮਹਿਲਾ ਤੋਂ ਚੋਰ ਪਰਸ ਨੂੰ ਲੁੱਟ ਕੇ ਲੈ ਗਿਆ, ਜਿਸ ਦੀਆਂ ਤਸਵੀਰਾਂ CCTV 'ਚ ਕੈਦ ਹੋ ਗਈਆਂ। ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਵੇਂ ਬੇਖੌਫ ਲੁਟੇਰੇ ਮਹਿਲਾ ਤੋਂ ਪਰਸ ਖੋਹ ਕੇ ਆਸਾਨੀ ਨਾਲ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ। ਜਿਸ ਤਰ੍ਹਾਂ ਚੋਰ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਇਸ ਤੇ ਪ੍ਰਸ਼ਾਸਨ ਤੇ ਵੀ ਕਈ ਸਵਾਲ ਉੱਠ ਰਹੇ ਨੇ। ਜਲੰਧਰ 'ਚ ਵਾਪਰੀ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਕੀ ਕੁਝ ਸਖਤ ਰਵੱਈਆ ਅਪਣਾਉਂਦਾ, ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ। ਨਿਊਜ਼ ਡੈਸਕ ਤੋਂ ਸਤਨਾਮ ਸਿੰਘ ਬਟਪੋਈ ਦੀ ਰਿਪੋਰਟ। ਜਿੱਥੇ ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲੋਕ ਅੱਤ ਦੀ ਪੈ ਰਹੀ ਗਰਮੀ ਤੋਂ ਪਰੇਸ਼ਾਨ ਸਨ, ਉੱਥੇ ਹੀ ਕਿਸਾਨਾਂ ਨੂੰ ਝੋਨੇ ਲਈ ਪਾਣੀ ਦੀ ਬਹੁਤ ਲੋੜ ਮਹਿਸੂਸ ਹੋ ਰਹੀ ਸੀ, ਜਿਸ ਦੇ ਚੱਲਦਿਆਂ ਸੂਬੇ ਅੰਦਰ ਮੌਨਸੂਨ ਦੀ ਦਸਤਕ ਤੋਂ ਬਾਅਦ ਜਿੱਥੇ ਅੱਤ ਦੀ ਗਰਮੀ ਤੋਂ ਰਾਹਤ ਮਿਲੀ ਤੇ ਫਸਲਾਂ ਲਈ ਵੀ ਮੀਂਹ ਦੇ ਪਾਣੀ ਬਹੁਤ ਹੱਦ ਤੱਕ ਰਾਹਤ ਦਿੱਤੀ ਗਈ, ਪਰ ਇਸ ਦੇ ਨਾਲ ਹੀ ਲੋਕਾਂ ਨੂੰ ਕਈ ਜ਼ਿਲ੍ਹਿਆਂ ਵਿੱਚ ਭਾਰੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਿਆ। ਸਰ ਜੀ ਐਕਚੁਅਲੀ ਆਪਣਾ ਇੱਥੇ ਵਪਾਰ ਹੈਗਾ, ਆਪਾਂ ਅਸੀਂ ਕੰਮ ਕਰਦੇ ਹਾਂ PVC ਦਾ ਤੇ ਕੱਪੜੇ ਦਾ। ਐਕਚੁਅਲੀ ਦਿੱਕਤਾਂ ਬਹੁਤ ਨੇ ਜੀ, ਇਹਨੂੰ 1.5 ਸਾਲ ਹੋ ਗਏ ਸੜਕ ਪੱਟੀ ਨੂੰ ਜੀ। ਇੱਥੇ ਗੋਡੇ ਗੋਡੇ ਟੋਏ ਆ ਕਿ ਤਾਂ ਪਹਿਲਾਂ ਹੀ ਕਾਰੋਬਾਰ ਕਰੋਨਾ ਕਰਕੇ ਬਿਲਕੁਲ ਠੱਪ ਪਏ ਨੇ ਜੀ। ਜਿਹੜਾ ਮਾੜਾ ਮੋਟਾ ਗਾਹਕ ਆਉਣਾ ਸੀ ਉਹ ਸੜਕ ਖਰਾਬ ਕਰਕੇ ਜੀ ਇੱਥੇ ਬਿਲਕੁਲ ਨਹੀਂ ਆ ਰਿਹਾ ਜੀ, ਕਿਉਂਕਿ 1.5 2 ਫੁੱਟ ਦੇ ਟੋਏ ਨੇ। ਬੱਸਾਂ ਬਿਲਕੁਲ ਇੱਧਰੋਂ ਅੱਗੇ ਬੱਸਾਂ ਰਾਹੀਂ ਮਾੜਾ ਮੋਟਾ ਕੋਈ ਕਸਟਮਰ ਦੇਖਦਾ ਸੀ, ਹੁਣ ਤਾਂ ਸਾਰਾ ਬੱਸਾਂ ਵੀ ਬੰਦ ਨੇ ਜੀ, ਕੋਈ ਗੱਡੀ ਵਾਲਾ ਨਹੀਂ ਇੱਧਰ ਆਉਣ ਨੂੰ ਤਿਆਰ। ਬਿਲਕੁਲ ਕਾਰੋਬਾਰ ਸਾਡੇ ਸਾਰੇ ਬਿਲਕੁਲ ਠੱਪ ਪਏ ਨੇ ਜੀ। ਤੇ ਇੱਥੇ ਸਾਡੇ ਹਸਪਤਾਲ ਦੇ ਨੇੜੇ ਜੀ ਐਂਬੂਲੈਂਸ ਲੁਧਿਆਣੇ ਨੂੰ, ਕਿਉਂਕਿ ਲੁਧਿਆਣੇ ਨੂੰ ਮੇਨ ਰਾਹ ਇਹੀ ਆ, ਐਂਬੂਲੈਂਸਾਂ ਵੀ ਇੱਥੋਂ ਦੀ ਲੰਘਦੀਆਂ ਨੇ, ਪਰ ਇੱਥੋਂ ਜੇ ਤੁਸੀਂ ਸੰਘੇੜਿਆਂ ਤੱਕ ਵੀ ਜਾਣਾ ਹੋਵੇ ਤਾਂ ਸਾਨੂੰ ਐਂਬੂਲੈਂਸ ਲੰਘਣ ਨੂੰ ਅੱਧਾ ਘੰਟਾ ਸੰਘੇੜੇ ਤੱਕ ਜਾਣ ਨੂੰ ਲੱਗ ਜਾਂਦਾ ਜੀ, ਜਿਹੜਾ ਕਿ ਸਾਰਾ 1 ਘੰਟਾ ਲੁਧਿਆਣੇ ਜਾਣ ਨੂੰ ਲੱਗਦਾ ਸੀਗਾ ਜੀ। ਇੱਥੇ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀਆਂ ਜੀ ਲੋਕਾਂ ਨੂੰ। ਇੱਥੇ ਕਲੋਨੀਆਂ ਨੇ ਪੌਸ ਇਹਦੇ ਵਿੱਚ ਸਰ ਜਿਹੜੀ ਇਹ ਹੈਗੀ ਅੰਮ੍ਰਿਤ ਸਕੀਮ ਦੀ ਯੋਜਨਾ ਆਈ ਸੀਗੀ, ਜੋ ਸੈਂਟਰ ਸਰਕਾਰ ਦੇ ਪੰਜਾਬ ਅਕਾਲੀ ਭਾਜਪਾ ਸਰਕਾਰ ਵੇਲੇ, ਉਸ ਵੇਲੇ ਇਹ ਦਾ ਸਕੀਮ ਸਾਰੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਕੀਮ ਆਈ ਸੀ। ਅੱਜ ਤੋਂ 1.5 ਸਾਲ ਪਹਿਲਾਂ ਉਸੇ ਸਕੀਮ ਦੇ ਤਹਿਤ ਇੱਥੇ ਸੀਵਰ ਪਿਆ ਸੀਗਾ, ਜਿਹਦੇ ਵਿੱਚੋਂ ਕਿ ਸੀਵਰ ਪਏ ਨੂੰ ਤਕਰੀਬਨ 4-5 ਮਹੀਨੇ ਕੰਪਲੀਟ ਹੋ ਗਿਆ ਸੀਗਾ। ਹੁਣ 1 ਸਾਲ ਤੋਂ ਤਕਰੀਬਨ ਸੜਕ ਦਾ ਇੰਨਾ ਬੁਰਾ ਹਾਲ ਹੋਇਆ ਪਿਆ ਗਾ, ਇੱਥੇ ਖੱਡੇ ਹੋਏ ਪਏ ਨੇਗੇ। ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਜਾਂ ਅਧਿਕਾਰੀਆਂ ਨੂੰ ਵੀ ਮਿਲ ਕੇ ਕਹਿ ਚੁੱਕੇ, ਖੁਦ ਮਿਲ ਕੇ ਨਾਲੇ ਲਿਖ ਕੇ ਖੁਦ ਮਿਲ ਕੇ ਜਾ ਚੁੱਕੇ, ਪੁੱਛ ਚੁੱਕਿਆ ਭਾਈ ਇਹਦਾ ਕੋਈ ਹੱਲ ਕਰੋ ਜੀ। ਇੱਥੇ ਕਿੱਡੇ ਖੱਡੇ ਪਏ ਨੇਗੇ। ਇੱਥੇ ਘੱਟੋ ਘੱਟ 8-10 ਹਜ਼ਾਰ ਦੀ ਆਬਾਦੀ ਆ, ਜਿਹੜੀ ਕਿ 3 ਵਾਰਡ ਪੈਂਦੇ ਨੇਗੇ। ਇੱਥੇ 3 ਵਾਰਡ ਸੰਘੇੜਾ, ਜਿਨ੍ਹਾਂ ਨੇ ਸ਼ਹਿਰ ਦੇ ਵਿੱਚ ਆਉਣਾ ਹੁੰਦਾ ਸਿਰਫ ਇੱਧਰ ਦੀ ਆਉਣਾ ਹੁੰਦਾ ਗਾ, ਉਹਨਾਂ ਨੂੰ ਬਹੁਤ ਦਿੱਕਤ ਆ ਰਹੀ ਹੈਗੀ।
ਇੱਥੋਂ ਦੀਆਂ ਲੇਡੀਜ਼ ਲੰਘਦੀਆਂ ਨੇਗੀਆਂ, ਸਕੂਟਰੀਆਂ ਲੈ ਕੇ ਪੌਸ਼ ਕਲੋਨੀਆਂ ਨੇਗੀਆਂ, ਲੇਡੀ ਲੰਘਦੀਆਂ ਨੇਗੀਆਂ ਵਿਚਾਰੀਆਂ, ਉਹ ਵੀ ਇੱਥੇ ਡਿੱਗਦੀਆਂ ਨੇਗੀਆਂ। ਇੱਕ ਇੱਥੇ ਆ ਸਾਡਾ ਨਾਲਾ ਖੜਾ ਹੈਗਾ ਸਾਡਾ, ਦੇਖੋ ਜਿਹਦੀ ਬਾਂਹ ਟੁੱਟ ਗਈ ਵਿਚਾਰੇ ਦੇ ਖੱਡੇ ਡਿੱਗ ਕੇ ਕੁਛ ਕੁ ਦਿਨ ਪਹਿਲਾਂ। ਦੇਖੋ ਹੁਣ ਇਹ ਹਾਲਤ ਇਹ ਹੋਏ ਪਏ ਨੇ ਇੱਥੇ। ਅਸੀਂ ਤਾਂ ਇਹਨਾਂ ਨੂੰ ਅਧਿਕਾਰੀਆਂ ਨੂੰ ਮੰਗ ਕਰਦੇ ਹਾਂਗੇ, ਪੰਜਾਬ ਸਰਕਾਰ ਦਾ ਇੰਨਾ ਬੁਰਾ ਹਾਲ ਹੋ ਚੁੱਕਿਆ ਹੈਗਾ। ਜਿਹੜੇ ਕਹਿੰਦੇ ਨੇ ਕਿ ਵਿਕਾਸ ਪੁਰਸ਼ ਨੇ ਸਾਡੇ, ਕਹਿੰਦੇ ਵੀ ਮੈਂ ਕਰੋੜਾਂ ਰੁਪਏ ਗਰਾਂਟਾਂ ਲਿਆਂਦੀਆਂ, ਪਰ ਉਹ ਗਰਾਂਟਾਂ ਹੈ ਕਿੱਥੇ ਨੇ? ਸਾਨੂੰ ਤਾਂ ਕਿਤੇ ਦਿਖ ਨਹੀਂ ਰਹੀਆਂ ਕਿੱਥੇ ਲੱਗ ਰਹੀਆਂ ਨੇ ਗਰਾਂਟਾਂ। ਉਹ ਸਾਡੀ ਮੇਨ ਮੰਗ ਇਹ ਹੈ ਜੀ, 1.5 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੁਆਰਾ ਜਿਹੜਾ ਇਹ ਸੀਵਰ ਬੋਰਡ ਦਾ ਕੰਮ ਸਟਾਰਟ ਕੀਤਾ ਗਿਆ ਸੀਗਾ। ਤਕਰੀਬਨ 4-5 ਮਹੀਨਿਆਂ ਦੇ ਵਿੱਚ ਜਿਹੜਾ ਕੰਮ ਪੂਰਨ ਤੌਰ ਤੇ ਕੰਪਲੀਟ ਹੋ ਗਿਆ ਸੀਗਾ। ਇਹ ਜਿਹੜਾ ਮੇਨ ਟਰੀਟਮੈਂਟ ਪਲਾਂਟ ਸਾਡਾ ਇੱਥੇ ਸੰਘੇੜੇ ਨਾਲ ਜੁੜਦਾ, 3 MC ਸੰਘੇੜਿਆਂ ਦੇ ਪੈਂਦੇ ਆ, ਇੱਥੇ ਪੌਸ ਕਲੋਨੀਆਂ ਨੇ। ਪਰ ਇਹ ਜਿਹੜੀ ਸਰਕਾਰ ਨੇ ਆ, ਇਹ ਰੋਡ ਜਦੋਂ ਕੰਪਲੀਟ ਹੋ ਗਿਆ ਸੀ ਸੀਵਰ ਦਾ, ਤਕਰੀਬਨ 1-2 ਮਹੀਨਿਆਂ ਦੇ ਵਿੱਚ ਬਣਾਉਣਾ ਸੀ, ਪਰ ਅੱਜ ਸਾਲ ਬੀਤ ਗਿਆ, ਕਿਸੇ ਨੇ ਇਸ ਰੋਡ ਦੀ ਸਾਰ ਨਹੀਂ ਲਈ। ਇੱਥੇ 5 ਸਕੂਲ ਨੇ, 2 ਕਾਲਜ ਨੇ, ਇੱਕ ਸਟੇਡੀਅਮ ਆ, ਹਸਪੀਟਲ ਵੀ ਆ, ਗੁਰੂ ਘਰ ਵੀ ਆ, ਤੇ ਤਕੜੀਆਂ ਮੋਟਰਸਾਈਕਲ ਵਾਲਿਆਂ ਦੀਆਂ ਦੁਕਾਨਾਂ, ਏਜੰਸੀਆਂ ਵੀ ਨੇ, ਬੁਲਟ ਦੀ ਏਜੰਸੀ ਆ, ਕੱਪੜੇ ਦਾ ਕੰਮ ਆ, ਵੱਡੇ ਵੱਡੇ ਸ਼ੋਅਰੂਮ ਆ। ਮੇਨ ਹਾਈਵੇ ਆ ਜੀ ਇਹ, ਜਿਹੜਾ ਲੁਧਿਆਣਾ ਰੈਕੋਟ ਨੂੰ ਜੋੜਦਾ। ਬੱਸ ਸਟੈਂਡ ਵਾਲੀਆਂ ਸਾਰੀਆਂ ਬੱਸਾਂ ਵੀ ਇੱਥੋਂ ਦੀ ਲੰਘਦੀਆਂ ਸੀਗੀਆਂ। ਅਸੀਂ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਜਾ ਕੇ ਬੇਨਤੀ ਕਰ ਚੁੱਕੇ ਹਾਂ, ਸੀਵਰ ਬੋਰਡ ਕੋਲੇ ਵੀ ਬੇਨਤੀ ਕੀਤੀ। ਅੱਜ ਹੀ ਮੇਰੇ ਸੀਵਰ ਬੋਰਡ ਦੇ SDO ਸਾਹਿਬ ਨਾਲ ਗੱਲ ਹੋਈ ਸੀ ਵੀ ਇਸ ਰੋਡ ਦਾ ਸਟੇਟਸ ਕੀ ਆ। ਉਹ ਕਹਿ ਰਹੇ ਸੀਗੇ ਵੀ 1 ਕਰੋੜ ਰੁਪਈਆ ਸਾਡਾ B&R ਨੂੰ, ਇਹ B&R ਨੇ ਹਾਈਵੇ ਆ ਜਿਹੜਾ ਬਣਾਉਣਾਗਾ, ਉਹਨਾਂ ਨੂੰ ਜਮ੍ਹਾਂ ਹੋ ਚੁੱਕਿਆ। ਪਰ ਇਹ ਮੈਨੂੰ ਨਹੀਂ ਲੱਗਦਾ, ਕਹਿੰਦੇ ਵੀ ਪੱਥਰ ਪਾਇਆ, ਕਿਤੇ ਪੱਥਰ ਪਾਇਆ ਨਜ਼ਰ ਨਹੀਂ ਆਇਆ, ਨਾ ਹੀ ਪੈਸੇ ਜਮ੍ਹਾਂ ਹੋਏ ਨੇ। ਇਹ 6 ਜਦੋਂ ਅਸੀਂ B&R ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਵੀ 6 ਕਰੋੜ ਰੁਪਏ ਦਾ ਪ੍ਰੋਜੈਕਟ ਆ। ਜਿੰਨੀ ਦੇਰ ਇਹ 6 ਕਰੋੜ ਰੁਪਈਆ B&R ਨੂੰ ਜਮ੍ਹਾਂ ਨਹੀਂ ਹੁੰਦਾ, ਉਹਨਾਂ ਚਿਰ ਉਹ ਟੈਂਡਰ ਨਹੀਂ ਲਾ ਸਕਦੇ। ਇਹ ਸਾਰੇ ਝੂਠ ਬੋਲ ਰਹੇ ਆ। ਜਿਹੜੇ ਕਾਂਗਰਸ ਸਰਕਾਰ ਦੇ ਵਿਕਾਸ ਪੁਰਸ਼ ਦੇ ਨਾਂ ਤੇ ਜਿਹੜੇ ਫੋਕੇ ਦਾਅਵੇ ਕੀਤੇ ਜਾਂਦੇ ਸੀ, ਉਹ ਅੱਜ ਫੇਲ ਹੋ ਰਹੇ ਆ। ਪੁਰਾਣੀ ਦੁਸ਼ਮਣੀ ਨੂੰ ਲੈ ਕੇ ਲੁਧਿਆਣਾ ਦੇ ਇੱਕ ਨੌਜਵਾਨ ਵੱਲੋਂ 4 ਪਿਸਤੌਲਾਂ ਖਰੀਦੀਆਂ ਗਈਆਂ, ਪਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਨੌਜਵਾਨਾਂ ਨੂੰ ਪੁਲਿਸ ਨੇ ਫੜ ਲਿਆ ਤੇ ਪੁਲਿਸ ਦੇ ਹੱਥੇ ਚੜ੍ਹ ਗਈ। ਵੇਖਦੇ ਹਾਂ ਇਸ ਖਾਸ ਰਿਪੋਰਟ ਦੇ ਵਿੱਚ। ਬਦਲੇ ਦੀ ਭਾਵਨਾ ਇਨਸਾਨ ਤੋਂ ਕਈ ਹੱਦਾਂ ਪਾਰ ਕਰਵਾ ਲੈਂਦੀ ਹੈ। ਅਜਿਹਾ ਹੀ ਮਾਮਲਾ ਲੁਧਿਆਣੇ ਤੋਂ ਸਾਹਮਣੇ ਆਇਆ ਹੈ। ਮਾਮਲਾ ਇਹ ਹੈ ਕਿ ਪੁਰਾਣੀ ਦੁਸ਼ਮਣੀ ਕਾਰਨ ਲੁਧਿਆਣਾ ਦੇ ਜਵਾਹਰ ਨਗਰ ਵਿੱਚ ਰਹਿਣ ਵਾਲੇ ਇੱਕ ਨੌਜਵਾਨ ਨੇ ਆਪਣੇ ਨੌਕਰ ਨਾਲ ਮਿਲ ਕੇ 4 ਪਿਸਤੌਲ ਖਰੀਦ ਲਏ, ਪਰ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ CIA ਦੇ ਹੱਥੇ ਚੜ੍ਹ ਗਏ। ਪੁਲਿਸ ਨੇ ਦੋਵੇਂ ਆਰੋਪੀਆਂ ਕੋਲੋਂ 4 ਨਜਾਇਜ਼ ਪਿਸਤੌਲ ਸਮੇਤ ਕਾਰਤੂਸ ਬਰਾਮਦ ਕਰਕੇ ਥਾਣਾ ਡਿਵੀਜ਼ਨ ਨੰਬਰ 5 ਮਾਮਲਾ ਦਰਜ ਕਰ ਲਿਆ। ਦੋਵੇਂ ਆਰੋਪੀਆਂ ਦੀ ਪਹਿਚਾਣ ਰਾਮ ਕੁਮਾਰ ਅਤੇ ਉਸ ਦਾ ਨੌਕਰ ਅਜੇ ਕੁਮਾਰ ਵਜੋਂ ਹੋਈ ਹੈ। DCP ਇਨਵੈਸਟੀਗੇਸ਼ਨ ਸਿਮਰਤਪਾਲ ਢੀਂਡਸਾ ਨੇ ਦੱਸਿਆ ਕਿ ਆਰੋਪੀਆਂ ਤੇ ਕੁਝ ਮਹੀਨੇ ਪਹਿਲਾਂ ਕਿਸੇ ਨਾਲ ਝਗੜਾ ਹੋਇਆ ਸੀ, ਜਿਸ ਦਾ ਬਦਲਾ ਲੈਣ ਲਈ ਕਾਕੂ ਨਾਂ ਦੇ ਵਿਅਕਤੀ ਕੋਲੋਂ 4 ਪਿਸਤੌਲ ਖਰੀਦ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਸਕੀਮ ਬਣਾਈ ਜਾ ਰਹੀ ਸੀ। ਲੱਗਦਾ ਸਾਨੂੰ ਤੇ ਸਾਡੀ ਲਾਗ ਡਾਟ ਸੀ, ਉਹਦੇ ਕਰਕੇ 2 ਪਿਸਟਲ 3 ਰੌਂਦ ਸਾਡੇ ਕੋਲ ਬਰਾਮਦ ਹੋਏ ਤੇ ਨਾਲ ਅਸੀਂ ਖੋਵਾ ਕਰਦੇ ਸੀ। ਮੈਂ ਮਾਫੀ ਮੰਗਦਾ ਜੀ, ਸਾਨੂੰ ਮਾਫੀ ਦਿੱਤੀ ਹੈ। ਗੋਬਿੰਦ ਨਗਰ ਮਹੱਲੇ ਵਾਲਾ ਰਹਿਣ ਵਾਲਾ। ਮੇਰੇ ਕੋਲ 2 ਪਿਸਟਲ 4 ਰੌਂਦ ਬਰਾਮਦ ਹੋਏ ਨੇ। ਮੈਂ ਲੁੱਟਾ ਖੋਹਾਂ ਕਰਨ ਦੀ ਯੋਜਨਾ ਬਣਾਉਂਦਾ ਸੀ। ਡੱਬਾ ਮੇਰਾ ਥਾਣਾ ਜੀ, ਮੇਰੇ ਕੋਲ ਗਲਤੀ ਮਾਫ ਕੀਤੀ ਜਾਵੇ। DCP ਨੇ ਦੱਸਿਆ ਕਿ ਪਿਸਤੌਲ ਵੇਚਣ ਵਾਲਾ ਕਾਕੂ ਨਾਂ ਦਾ ਵਿਅਕਤੀ, ਜੋ ਕਿ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸੀ, ਨੂੰ ਪ੍ਰੋਟੈਕਸ਼ਨ ਵਾਰੰਟ ਤੇ ਲਿਆ ਕੇ ਉਸ ਦੀ ਨਿਸ਼ਾਨਦੇਹੀ ਤੇ 2 ਪਿਸਤੌਲ ਹੋਰ ਬਰਾਮਦ ਕਰ ਲਏ ਗਏ ਹਨ। ਢੀਂਡਸਾ ਨੇ ਕਿਹਾ ਕਿ ਆਰੋਪੀ ਕਾਕੂ ਨੇ ਮੰਨਿਆ ਕਿ ਉਸਨੇ ਵਿਰੋਧੀ ਗੈਂਗ ਤੇ ਹਮਲਾ ਕਰਨ ਲਈ UP ਤੋਂ 6 ਪਿਸਤੌਲ ਖਰੀਦੇ ਸਨ, ਜਿਨ੍ਹਾਂ ਵਿੱਚੋਂ 4 ਪਿਸਤੌਲ ਉਸਨੇ ਰਾਮ ਕੁਮਾਰ ਅਤੇ ਅਜੇ ਕੁਮਾਰ ਨੂੰ ਮਹਿੰਗੇ ਰੇਟ ਤੇ ਵੇਚ ਕੇ ਮੋਟਾ ਮੁਨਾਫਾ ਕਮਾਇਆ ਸੀ ਅਤੇ 2 ਪਿਸਤੌਲ ਕਿਤੇ ਲੁਕਾ ਦਿੱਤੇ ਸਨ, ਜੋ ਕਿ ਬਾਅਦ ਵਿੱਚ ਪੁਲਿਸ ਵੱਲੋਂ ਬਰਾਮਦ ਕਰ ਲਏ ਗਏ ਹਨ। ਇੱਕ ਆਪਰੇਸ਼ਨ, ਖਾਸ ਆਪਰੇਸ਼ਨ, ਜੋ ਕਿ ਕਾਊਂਟਰ ਇੰਟੈਲੀਜੈਂਸ ਦੇ ਵਿੰਗ ਦੇ ਅਧਿਕਾਰੀਆਂ ਨਾਲ ਮਿਲ ਕੇ ਇੱਕ ਜੁਆਇੰਟ ਆਪਰੇਸ਼ਨ ਕੀਤਾ ਗਿਆ ਸੀ। ਉਹਦੇ ਵਿੱਚ ਇਨੀਸ਼ੀਅਲੀ ਪਹਿਲਾਂ 2 ਕ੍ਰਿਮੀਨਲ ਫੜੇ ਗਏ, ਜਿਨ੍ਹਾਂ ਤੋਂ ਸਾਨੂੰ ਕਿ ਇਨਪੁਟ ਸੀ ਕਿ ਇਹਨਾਂ ਦਾ ਹਥਿਆਰਾਂ ਦਾ ਧੰਦਾ ਕਰਦੇ, ਹਥਿਆਰ ਅੱਗੇ ਸਪਲਾਈ ਕਰ ਰਹੇ ਨੇ। ਇਹਨਾਂ ਨੂੰ ਜਦ ਫੜਿਆ ਗਿਆ ਤਾਂ ਇਹਨਾਂ ਤੋਂ ਇੱਕ ਇਹਨਾਂ ਵਿੱਚ ਕ੍ਰਿਮੀਨਲ ਰਾਮ ਕੁਮਾਰ ਐਲੀਅਸ ਰਾਮ ਔਰ ਦੂਸਰਾ ਅਜੇ ਕੁਮਾਰ ਗੋਲੂ, ਉਹ ਫੜੇ ਗਏ। ਉਹਨਾਂ ਤੋਂ ਸਾਨੂੰ 2 ਵੈਪਨ ਪਿਸਟਲ, ਬੜੇ ਹਾਈ ਐਂਡ ਪਿਸਟਲ ਰਿਕਵਰ ਹੋਏ। ਇਹਨਾਂ ਦੀ ਪੁੱਛਗਿੱਛ ਦੇ ਦੌਰਾਨ ਹੀ ਸਾਨੂੰ ਤੀਸਰਾ ਇੱਕ ਕ੍ਰਿਮੀਨਲ ਫਿਗਰ ਹੋਇਆ, ਕਿਉਂਕਿ ਹਾਰਡਕੋਰ ਇੱਕ ਸਮਗਲਰ ਹੈ, ਜੋ ਇਸ ਵਕਤ ਜੇਲ੍ਹ ਵਿੱਚ ਬੰਦ ਸੀ, ਜਿਹਨੂੰ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਉਹਦੀ ਪੁੱਛਗਿੱਛ ਵਿੱਚ ਸਾਨੂੰ 2 ਵੈਪਨ ਹੋਰ ਰਿਕਵਰ ਹੋਏ। ਇਸ ਤਰ੍ਹਾਂ ਟੋਟਲ ਕੁੱਲ 6 ਪਿਸਟਲ, ਬੜੇ ਹਾਈ ਕੁਆਲਿਟੀ ਹਾਈ ਐਂਡ ਪਿਸਟਲ ਰਿਕਵਰ ਹੋਏ ਨੇ। ਔਰ ਇਹਨਾਂ ਦੀ ਪੁੱਛਗਿੱਛ ਸਾਹਮਣੇ ਗੱਲ ਆਈ ਹੈ ਕਿ ਇਹਨਾਂ ਨੇ ਇਹਨਾਂ ਹਥਿਆਰਾਂ ਨਾਲ ਕਾਫੀ ਵਾਰਦਾਤਾਂ, ਲੁੱਟਖੋ ਦੀਆਂ ਵਾਰਦਾਤਾਂ ਨੂੰ ਸਰ ਅੰਜਾਮ ਕਰਨਾ ਸੀ, ਵਾਰਦਾਤਾਂ ਕਰਨੀਆਂ ਸੀ, ਔਰ ਇਲਾਕੇ ਵਿੱਚ ਕਾਫੀ ਇਹਨਾਂ ਨੇ ਇਸ ਵਾਰਦਾਤਾਂ ਦੀ ਇਹਨਾਂ ਦੀ ਪਲੈਨਿੰਗ ਸੀ। ਹੁਣ ਅਸੀਂ ਰਿਮਾਂਡ ਲੈ ਕੇ ਪੁੱਛਗਿੱਛ, ਸਾਨੂੰ ਇਹਨਾਂ ਤੋਂ ਹੋਰ ਵੀ ਬੜੇ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ, ਔਰ ਜਲਦੀ ਅਸੀਂ ਹੋਰ ਵੀ ਇਹਨਾਂ ਚੋਂ ਵੈਪਨ ਰਿਕਵਰ ਕਰਨ ਦੀ ਆਸ ਹੈ ਕਿ ਹੋਰ ਵੀ ਵੈਪਨ ਰਿਕਵਰ ਕਰਾਂਗੇ।
ਥੈਂਕ ਯੂ। ਹਾਂ, ਇਹਨਾਂ ਵਿੱਚੋਂ ਜਿਹੜਾ ਅਜੇ ਕੁਮਾਰ ਕਾਕੂ ਹੈ, ਕੋਈ ਹਾਰਡਕੋਰ ਕ੍ਰਿਮੀਨਲ ਹੈ, ਉਹ ਡਰੱਗ ਦੇ ਕੇਸ ਵਿੱਚ ਹੀ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹੈ। ਉਹਦੇ ਤੇ ਪਹਿਲਾਂ ਵੀ ਲੜਾਈ ਝਗੜੇ ਦੇ ਅਟੈਂਪਟ ਟੂ ਮਰਡਰ ਔਰ ਲੁੱਟਾਂ ਦੇ ਕੇਸਿਸ ਰਜਿਸਟਰ ਹੈਗੇ ਨੇ। ਦੂਸਰਿਆਂ 'ਤੇ ਵੀ ਲੜਾਈ ਝਗੜਿਆਂ ਦੇ ਕੇਸ ਹੈਗੇ ਨੇ। ਇਹ ਵੀ ਕਹਿ ਰਹੇ ਸੀ ਕਿ ਅਸੀਂ ਇਹਨਾਂ ਵੈਪਨਸ ਨਾਲ ਆਪਣੇ ਦੁਸ਼ਮਣਾਂ ਨੂੰ, ਜਿਹਨਾਂ ਸਾਡੇ ਲੜਾਈ ਝਗੜੇ ਸੀ ਉਹਨਾਂ ਦੇ ਵੀ ਕਤਲ ਕਰਨੇ ਸੀ, ਜਿਹਨਾਂ ਸਾਡੀਆਂ ਦੁਸ਼ਮਣੀ ਸੀ ਉਹਨਾਂ ਦਾ ਕਤਲ ਵੀ ਕਰਨਾ ਸੀ। ਇਹ ਗੱਲ ਵੀ ਸਾਹਮਣੇ ਆਈ ਹੈ। ਇਹਨਾਂ ਤੋਂ ਅਸੀਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸਾਨੂੰ ਵੀ ਹਾਂਜੀ, ਇਹਨਾਂ ਦਾ ਰਿਮਾਂਡ, ਇਹਨਾਂ ਦਾ ਹੋਰ ਵੀ ਅਸੀਂ ਰਿਮਾਂਡ ਅਜੇ ਹਾਸਲ ਕਰਾਂਗੇ। ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਤੋਂ ਹੋਰ ਵੀ ਪੁੱਛਗਿੱਛ ਜਾਰੀ ਹੈ। ਜ਼ਿਕਰ ਖਾਸ ਹੈ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਮੁਸਤੈਦੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਹੁਣ ਇਸ ਕਾਰਵਾਈ ਕਾਰਨ ਕਈ ਸੰਗੀਨ ਅਪਰਾਧਾਂ ਦੀ ਗਿਣਤੀ ਤੇ ਵੀ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੁਧਿਆਣਾ ਤੋਂ ਪੱਤਰਕਾਰ ਪ੍ਰਦੀਪ ਭੰਡਾਰੀ ਦੀ ਰਿਪੋਰਟ। ਪੰਜਾਬ ਸਰਕਾਰ ਔਰਤਾਂ ਨੂੰ ਆਤਮ ਨਿਰਭਰ ਬਣਾਉਣ ਲਈ ਕਈ ਅਹਿਮ ਉਪਰਾਲੇ ਕਰ ਰਹੀ ਹੈ, ਜਿਸ ਵਿੱਚ ਸਭ ਤੋਂ ਵੱਧ ਪਰੇਸ਼ਾਨੀ ਮਹਿਲਾਵਾਂ ਨੂੰ ਸਫ਼ਰ ਕਰਨ ਸਮੇਂ ਆਉਂਦੀ ਹੈ। ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਹੀ ਰਿਕਸ਼ਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਮੱਦੇਨਜ਼ਰ ਹੁਸ਼ਿਆਰਪੁਰ 'ਚ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਈ ਰਿਕਸ਼ਾ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਮਹਿਲਾਵਾਂ ਨੂੰ ਆਤਮ ਨਿਰਭਰ ਤੇ ਰੋਜ਼ਗਾਰ ਮੁਹੱਈਆ ਕਰਾਉਣ ਦੇ ਲਈ ਅਹਿਮ ਉਪਰਾਲੇ ਕਰ ਰਹੀ ਹੈ, ਜਿਸ ਦੇ ਤਹਿਤ ਇੱਥੇ ਵੀ ਮਹਿਲਾਵਾਂ ਨੂੰ ਈ ਰਿਕਸ਼ਾ ਵੰਡੇ ਗਏ ਹਨ। ਜਿਹੜੀ ਈ ਰਿਕਸ਼ਾ ਦੀ ਸ਼ੁਰੂਆਤ ਹੋਈ ਹੈ, ਇਹ ਸਾਡੀਆਂ ਬੇਟੀਆਂ, ਜਿਹੜੀਆਂ ਸਾਡੀਆਂ ਭੈਣਾਂ, ਇਹ ਇੱਕ ਐਸਾ ਪ੍ਰੋਜੈਕਟ ਮੇਰਾ ਖਿਆਲ ਹੈ ਹਿੰਦੁਸਤਾਨ 'ਚ ਪਹਿਲਾ ਪ੍ਰੋਜੈਕਟ ਹੈ ਜਿਹੜਾ ਸ਼ੁਰੂ ਕੀਤਾ। ਇਹ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਚ ਸੀ। ਇਹ ਜਿਹੜਾ ਹੁਸ਼ਿਆਰਪੁਰ 'ਚ ਪ੍ਰੋਜੈਕਟ ਸ਼ੁਰੂ ਕੀਤਾ ਗਿਆ, ਅੱਜ 38 ਲੜਕੀਆਂ ਨੂੰ ਜਿਹੜੇ ਈ ਰਿਕਸ਼ਾ ਦਿੱਤੇ ਗਏ ਨੇ ਆਤਮ ਨਿਰਭਰ ਹੋਣ ਲਈ। ਇਹ ਸਾਰੀਆਂ ਹੀ ਤਕਰੀਬਨ 98% ਬੱਚੀਆਂ ਡਿਵੋਰਸੀ ਔਰ ਵਿਡੋ ਹੈਗੀਆਂ ਨੇ, 1-2 ਅੰਗਹੀਨ ਹੋ ਸਕਦੀਆਂ ਨੇ। ਇਹ ਜਿਹੜਾ ਪ੍ਰੋਜੈਕਟ ਹੈ, ਜਦੋਂ ਇਹ ਸਰਵੇ ਕੀਤਾ ਗਿਆ ਸੀ ਕਿ ਇਹ ਬੱਚੀਆਂ ਨੂੰ ਆਤਮ ਨਿਰਭਰ ਕਰ ਸਕੀਏ, ਸ਼ਿਕਸ਼ਤ ਮਤਲਬ ਇੱਕ ਤਰ੍ਹਾਂ ਮਜ਼ਬੂਤ ਆਪਾਂ ਮਹਿਲਾ ਨੂੰ ਜਿਹੜਾ ਕਰਨਾ, ਉਹਦੇ ਅੰਦਰ ਇਹ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਗਿਆ। ਔਰ ਇਹ 38 ਅੱਜ ਈ ਰਿਕਸ਼ਾ ਦਿੱਤੇ ਗਏ ਨੇ। ਔਰ ਮਿਨੀਮਮ ਤੋਂ ਮਿਨੀਮਮ ਅੱਜ ਕੋਵਿਡ-19 ਚੱਲ ਰਿਹਾ, ਥੋੜਾ ਪ੍ਰੋਜੈਕਟ ਲੇਟ ਹੋ ਗਿਆ ਕਮਿਊਨਿਟੀ ਇਹਦੇ ਕਰਕੇ, ਕੋਵਿਡ ਕਰਕੇ। ਫਿਰ ਵੀ ਐਵਰੇਜ ਜਿਹੜਾ 700-800 ਰੁਪਈਆ ਹੈ ਡੇਲੀ ਬੱਚੀਆਂ ਜਿਹੜੀਆਂ ਕਮਾ ਲਿਆ ਕਰਨਗੀਆਂ। ਔਰ ਇਹਨਾਂ ਨੂੰ ਆਤਮ ਨਿਰਭਰ ਕੀਤਾ ਗਿਆ, ਇਹ ਕਿਸੇ ਤੇ ਡਿਪੈਂਡ ਨਾ ਹੋਣ। ਇਹ ਪਹਿਲਾ ਪ੍ਰੋਜੈਕਟ ਜਿਹੜਾ ਹੁਸ਼ਿਆਰਪੁਰ ਇਹ ਬਿਲਕੁਲ ਫ੍ਰੀ ਇਹਨਾਂ ਨੂੰ ਦਿੱਤੇ ਗਏ ਨੇ। ਔਰ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਕੀਤਾ ਗਿਆ, ਮੈਂ ਉਮੀਦ ਕਰਦਾ ਕਿ ਇੱਕ ਜਾਗਰਤਾ ਆਏਗੀ ਕਿ ਬੱਚੀਆਂ ਔਰ ਬੱਚਿਆਂ 'ਚ ਕੋਈ ਫਰਕ ਨਹੀਂ ਹੈ। ਇੱਕ ਐਸੀ ਜਾਗਰਤਾ ਇਹਨਾਂ ਬੱਚੀਆਂ ਵੱਲ ਦੇਖ ਕੇ ਆਏਗੀ। ਪੂਰਾ ਸ਼ਹਿਰ ਦੇ ਵਿੱਚ ਇਹ ਘੁੰਮਣਗੀਆਂ। ਇੱਕ SP ਲੇਡੀ ਜਿਹੜੀ ਹੈਗੀ ਆ ਮਨਜੀਤ ਕੌਰ, ਉਹਨੂੰ ਇਹਨਾਂ ਦੇ ਨਾਲ ਲਗਾਇਆ ਗਿਆ। ਡਿਪਟੀ ਕਮਿਸ਼ਨਰ, ਸਾਰੇ ਅਫੀਸਰ ਇਹਨਾਂ ਦੇ ਨਾਲ ਨੇ। ਇੱਕ ਐਪ ਦਾ ਮੈਡਮ ਕਹਿ ਦਿੱਤਾ, ਇੱਕ ਐਪ ਬਣਾਈ ਜਾ ਰਹੀ ਹੈ, ਜਿੱਥੇ ਵੀ ਇਹ ਚੱਲਣਗੀਆਂ ਸ਼ਹਿਰ ਦੇ ਵਿੱਚ ਸਾਡੇ ਕੰਟਰੋਲ ਰੂਮ 'ਚ ਪਤਾ ਹੋਊਗਾ ਕਿ ਬੱਚੀਆਂ ਕਿੱਥੇ ਚੱਲ ਰਹੀਆਂ ਨੇ। ਕਿਸੇ ਕਿਸਮ ਦੀ ਇਹਨਾਂ ਨੂੰ ਸਿਕਿਉਰਿਟੀ ਵਜੋਂ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ, ਉਹਦੇ ਪੂਰੇ ਇੰਤਜ਼ਾਮ ਜਿਹੜੇ ਨੇ ਉਹ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਗਏ ਨੇ। ਔਰ ਇਹ ਜਿਹੜੀ ਸੋਚ ਸੀ ਕੈਪਟਨ ਅਮਰਿੰਦਰ ਸਿੰਘ ਦੀ, ਮੈਂ ਉਸ ਦੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਕਦੀ ਵੀ ਮੈਨੂੰ ਕਿਸੇ ਗੱਲ ਤੋਂ ਮਨਾ ਨਹੀਂ ਕੀਤਾ। ਔਰ ਇੱਕ ਬਹੁਤ ਬੜਾ ਪ੍ਰੋਜੈਕਟ ਜਿਹੜਾ ਕਿ ਇੱਥੋਂ ਹੋਰ ਸ਼ਹਿਰਾਂ 'ਚ ਵੀ ਮੈਸੇਜ ਜਾਏਗਾ, ਇਹ ਪੰਜਾਬ ਦੇ ਵਿੱਚ ਜਿਹੜਾ ਹੁਸ਼ਿਆਰਪੁਰ 'ਚ ਸ਼ੁਰੂ ਹੋਇਆ ਹੈ। ਮੈਂ ਉਮੀਦ ਕਰਦਾ ਕਿ ਇਹ ਜਿਹੜੀਆਂ ਬੇਟੀਆਂ ਨੇ ਸਾਰੀਆਂ ਇੱਕ ਅਲੱਗ ਜਿਹੜੀ ਇੱਕ ਤਰ੍ਹਾਂ ਦੀ ਬੋਝ ਸਮਝਿਆ ਜਾਂਦਾ ਸੀ ਵੀ ਘਰਾਂ ਦੇ ਵਿੱਚ, ਇਹ ਉਹ ਤੋਂ ਨਿਕਲ ਕੇ ਆਈਆਂ ਨੇ। ਇਹ ਆਪਣੇ ਪੈਰਾਂ 'ਤੇ ਆਪ ਖੜੀਆਂ ਹੋਈਆਂ ਨੇ। ਇੱਕ ਇਹਨਾਂ ਨੂੰ ਹਿੰਮਤ ਮਿਲੇਗੀ। ਔਰ ਅਸੀਂ ਜਿਹੜਾ ਕਿ ਮਹਿਲਾ ਨੂੰ ਸਟਰੋਂਗ ਕਰਨ ਦੀ ਜਿਹੜੀ ਗੱਲ ਸੀ, ਅੱਜ ਉਹ ਤੁਹਾਡੇ ਸਾਹਮਣੇ ਪੇਸ਼ ਕੀਤੀ। ਦੇਖੋ, ਜਿਹੜੀ ਸਮਾਲ ਸਕੇਲ ਇੰਡਸਟਰੀ ਹੈ ਜਾਂ ਮਾਈਕਰੋ ਇੰਡਸਟਰੀ ਹੈ ਜਾਂ ਜਿਹੜੀ ਬੜੀ ਇੰਡਸਟਰੀ ਹੈ, ਇਹ ਟੋਟਲ ਸਾਡੇ ਕੋਲ 2,55,000 ਇੰਡਸਟਰੀ ਜਿਹੜੀਆਂ ਰਜਿਸਟਰਡ ਨੇ, ਜਿਹਦੇ 'ਚੋਂ 2,32,000 ਨੂੰ ਅਸੀਂ ਚੱਲਣ ਵਾਸਤੇ ਪਰਮਿਸ਼ਨ ਦਿੱਤੀ ਹੈ। ਜਿੰਨੀ ਵੀ ਜਿਹੜੀ ਇੰਡਸਟਰੀ ਇਸ ਟਾਈਮ ਰੁਕੀ ਹੋਈ ਹੈ, ਉਹ ਜਿਹੜੇ ਹੈਲਥ ਡਿਪਾਰਟਮੈਂਟ ਵੱਲੋਂ ਕੰਟੇਨਮੈਂਟ ਏਰੀਆ ਬਣਾਏ ਗਏ ਨੇ, ਉਹਨਾਂ ਕਰਕੇ ਰੁਕੀ ਹੋਈ ਹੈ। ਡਿਪਟੀ ਕਮਿਸ਼ਨਰ ਨੂੰ ਮਾਨਯੋਗ ਮੁੱਖ ਮੰਤਰੀ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਕਿ ਜਿਹੜਾ ਵੀ ਉਹ ਸਮਝਣ ਕਿ ਹੁਣ ਉੱਥੇ ਹਾਲਾਤ ਠੀਕ ਨੇ, ਉਹ ਕੰਟੇਨਮੈਂਟ ਏਰੀਆ ਵੀ ਖੋਲ੍ਹ ਸਕਦੇ ਨੇ। ਔਰ ਨਵੀਂ ਇੰਡਸਟਰੀ ਦੇ ਲਈ, ਜਿਸ ਤਰ੍ਹਾਂ ਕਿ ਚਾਈਨਾ ਤੋਂ ਇਸ ਵਾਰ ਇੰਡਸਟਰੀ ਮੂਵ ਹੋਏਗੀ, ਉਹਦੇ ਲਈ ਹਿੰਦੁਸਤਾਨ ਆਏਗੀ, ਪੰਜਾਬ ਆਏਗੀ। ਪੰਜਾਬ ਨੇ ਪੂਰੀ ਤਿਆਰੀ ਕੀਤੀ ਆ ਉਹਦੇ ਲਈ। ਜਿਸ ਟਾਈਮ ਇੰਟਰਨੈਸ਼ਨਲ ਫਲਾਈਟਾਂ ਖੁੱਲ੍ਹ ਜਾਣਗੀਆਂ, ਉਹ ਪਾਰਟੀਆਂ ਸਾਡੇ ਕੋਲ ਆਉਣਗੀਆਂ। ਅਸੀਂ 4 ਬਹੁਤ ਬਿਗ ਜਿਹੜੇ ਇੰਡਸਟਰੀਅਲ ਪਾਰਕ ਜਿਹੜੇ ਪੰਜਾਬ ਦੇ ਅੰਦਰ ਸਥਾਪਿਤ ਕਰ ਰਹੇ ਹਾਂ, ਜਿਹਦੇ 'ਚ ਕੋਈ 4000 ਏਕੜ ਤੋਂ ਵੱਧ ਲੈਂਡ ਹੈ ਕਿ ਕੋਈ ਵੀ ਇੰਡਸਟਰੀ ਆਏਗੀ ਅਸੀਂ ਉਹਨੂੰ ਲੈਂਡ ਦੇ ਸਕੀਏ। ਔਰ ਜਿਹੜੇ ਸਾਡੇ ਬੱਚੇ ਪੰਜਾਬ 'ਚ ਵਾਪਸ ਆਏ ਨੇ, ਜਿਹੜੇ ਬਾਹਰ ਗਏ ਹੋਏ ਸੀ,
ਉਹਨਾਂ ਨੂੰ ਛੋਟੀ ਇੰਡਸਟਰੀ ਲਗਾ ਕੇ ਬੜੀ ਇੰਡਸਟਰੀ ਨਾਲ ਜੋੜ ਕੇ ਕਿ ਜਿਹੜੇ ਸਾਡੇ ਪੰਜਾਬੀ ਆਪਣੇ ਵਿਕਸਿਤ ਹੋਣ, MSME ਵਿਕਸਿਤ ਹੋਵੇ, ਜਿਹੜੀ ਸਾਡੀ ਬੈਕਬੋਨ ਹੈ ਪੰਜਾਬ ਦੀ MSME, ਉਹਨੂੰ ਅਸੀਂ ਸਟਰੋਂਗ ਕਰਨ ਜਾਂਦੇ ਇੱਕ ਵਾਰੀ ਫਿਰ ਰੁਕ ਕਰਦੇ ਹਾਂ ਅੱਜ ਦੀਆਂ ਸੁਰਖੀਆਂ ਵੱਲ। SGPC ਵੱਲੋਂ ਦਿੱਤੇ ਗਏ ਦੁੱਧ ਦੇ ਠੇਕੇ ਤੇ ਗਰਮਾਈ ਸਿਆਸਤ। ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਵੇਰਕਾ ਕੰਪਨੀ ਦੇ ਰਹੀ ਸੀ ਮਹਿੰਗਾ ਸਮਾਨ। ਪੰਜਾਬ 'ਚ ਧੜੱਲੇ ਨਾਲ ਚੱਲ ਰਿਹਾ ਰੇਤ ਦੀ ਨਾਜਾਇਜ਼ ਮਾਈਨਿੰਗ ਦਾ ਕੰਮ। ਗੁਰੂ ਹਰਸਹਾਏ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਲਗਾਈ ਕਾਰਵਾਈ ਦੀ ਗੁਹਾਰ। ਅੰਮ੍ਰਿਤਸਰ 'ਚ ਹਮਲਾਵਰਾਂ ਨੇ ਘਰ ਅੰਦਰ ਵੜ ਕੇ ਪਰਿਵਾਰ ਤੇ ਕੀਤਾ ਹਮਲਾ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੇ ਕਾਰਵਾਈ ਨਾ ਕਰਨ ਦੇ ਲਾਏ ਗੰਭੀਰ ਦੋਸ਼। ਦੁਬਈ ਗਏ ਮ੍ਰਿਤਕ ਮਨਦੀਪ ਸਿੰਘ ਦੀ ਲਾਸ਼ ਵਾਪਸ ਲਿਆਂਦੀ ਗਈ। ਸਰਬੱਤਾ ਭਲਾ ਟਰਸਟ ਦੇ ਬਾਨੀ ਨੇ ਮ੍ਰਿਤਕ ਦੀ ਲਾਸ਼ ਮੰਗਵਾਈ ਵਾਪਸ। ਅੱਜ ਦੇ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। This show is sponsored by Ashoka Tandoori Range. Enjoy the Indian taste.